ਮਾਲੀ ਸਾਹਿਬ ਇਹਨੇ ਗਰਮ ਕਿਉਂ ਨਹੀਂ? ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਹੋਇਆ 100 ਸਾਲ ਦੇ ਇਤਿਹਾਸ ਦੇ ਵਿੱਚ, ਤੁਹਾਨੂੰ ਇਸ ਕਰਕੇ ਲੱਗਦਾ ਹੈ ਕਿ ਕੌਮ ਡਾਇਰੈਕਸ਼ਨਲੈਸ ਹੈ, ਕਿ ਅਕਾਲੀ ਦਲ ਦਾ ਹਾਲ ਬੁਰਾ ਹੋਇਆ? ਹੁਣ ਕੌਮ ਕਿਹੜੀ ਲੀਡਰਸ਼ਿਪ ਨੂੰ ਦੇਖੇ? ਸਿਮਰਨ ਸਿੰਘ ਮਾਨ ਦੀ ਲੀਡਰਸ਼ਿਪ ਨੂੰ ਦੇਖੇ ਜਾਂ ਬਾਦਲ ਦੀ ਲੀਡਰਸ਼ਿਪ ਨੂੰ ਦੇਖੇ? ਇਹ ਲੀਡਰਸ਼ਿਪ ਨਹੀਂ ਹੈ ਸਿੱਖਾਂ ਦੀ। ਤੁਸੀਂ ਦੋਨਾਂ ਨੂੰ ਨਕਾਰ ਰਹੇ ਹੋ। ਜਿਹਨੂੰ ਅਧਿਕਾਰ ਹੀ ਨਹੀਂ ਸੀ ਕਰਨ ਦਾ, 5 ਬੰਦੇ ਐਲਾਨ ਕਰਕੇ ਖਾਲਿਸਤਾਨ ਦਾ ਤੁਰਦੇ ਬਣੇ ਤੇ ਸਿੱਖਾਂ ਦੇ ਕਿਸੇ ਨੇ ਖਾਲਿਸਤਾਨ ਆਪਣੇ ਗਲ 'ਚ ਪਾ ਲਿਆ। ਇਹ ਦੋ ਜਿਹੜੇ ਲੀਡਰ ਹੈਗੇ ਆ, ਤੁਸੀਂ ਉਹਨਾਂ ਨੂੰ ਨਕਾਰਦੇ ਪਏ ਹੋ। ਫਿਰ ਇਹਨਾਂ ਦਾ ਬਦਲ ਕੀ ਹੈ? ਕੋਈ ਹੈ ਹੋਰ ਲੀਡਰ ਜਿਹੜਾ ਇਸ ਕੌਮ ਨੂੰ ਡਾਇਰੈਕਸ਼ਨ ਵਿੱਚ ਲਿਆ, ਜਿਹਨੂੰ ਤੁਸੀਂ ਡਾਇਰੈਕਸ਼ਨਲੈਸ ਦੱਸਦੇ ਪਏ? ਸਹੀ ਵਿਚਾਰਾਂ ਦੀ ਰੋਸ਼ਨੀ ਬਿਨਾ ਅਮਲ ਹਨੇਰੇ 'ਚ ਟੱਕਰਾਂ ਮਾਰਨਾ ਹੁੰਦਾ। ਪੰਜਾਬ ਨਾ ਉਖੜ ਗਿਆ ਪੈਰੋਂ। ਜਦੋਂ DSGMC ਇੱਥੇ ਆ ਕੇ ਧਰਮ ਪ੍ਰਚਾਰ ਦੀ ਗੱਲ ਕਰਦੇ ਆ, ਉਦੋਂ ਸੰਵਾਦ ਨਹੀਂ ਹੁੰਦਾ ਗਾ। ਜੋ ਜਥੇਦਾਰ ਸਾਹਿਬ ਕਹਿੰਦੇ ਆ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਨਿਸ਼ਾਨਾ ਮਿੱਥੋ, ਉਦੋਂ ਸੰਵਾਦ ਤੋਂ ਦੂਰ ਹੁੰਦੇ ਆ। ਫਿਰ ਕਿੰਦੀ ਗੱਲ ਮੰਨੂਗੀ ਕੌਮ ਜਿੱਥੇ ਸੰਵਾਦ ਹੋ? ਜਦੋਂ ਸਿਆਸਤ ਮਾਇਆ ਕਮਾਉਣ ਲਈ ਹੋ ਜੇ, ਸੱਤਾ ਉਹਦੇ ਖਾਤਰ ਹੋ ਜੇ, ਫਿਰ ਇਹ ਸਿਆਸਤ ਨੇ, ਇਹ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ, ਇਹ ਤੇ ਜਕੜ ਪੰਜਾ ਕਾਇਮ ਕਰ ਲਿਆ। ਪਰ ਸਵਾਲ ਇਹ ਹੈ, ਅਕਾਲੀ ਦਲ ਹੁਣ ਕਹਿੰਦਾ ਵੀ ਸਾਡੇ ਜਥੇਬੰਦਕ ਢਾਂਚੇ ਦੇ ਵਿੱਚ, ਸਾਡੀ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਢਾਲ ਲਾ ਰਹੀ ਹੈ ਉਹ RSS ਲਾ ਰਹੀ ਹੈ ਜਾਂ BJP ਲਾ ਰਹੀ ਹੈ? RSS ਇੱਕ ਇਹੀ ਜਿਹੀ ਜਥੇਬੰਦੀ ਆ ਜਿਹਦੇ 60 ਆਲਣੀਆਂ ਝੰਡੇ ਰੱਖੇ ਹੋਏ ਨੇ। ਮਾਨ ਸਾਹਿਬ ਜਿਵੇਂ ਜਿੱਤਦੇ ਆ, ਸ਼ਹੀਦ ਭਗਤ ਸਿੰਘ ਦੇ ਨਾਮ ਤੇ ਪੰਜਾਬ ਵਿੱਚ ਇਹੋ ਜਿਹੀ ਸਿਆਸਤ ਸ਼ੁਰੂ ਹੁੰਦੀ ਹੈ ਕਿ ਪੰਜਾਬ ਜਿਹਨੂੰ ਹੀਰੋ ਮੰਨਦਾ, ਉਸ ਹੀਰੋ ਨੂੰ ਅੱਤਵਾਦੀ ਗਰਦਾਨਾਂ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਇਹ ਵੀ ਡਾਇਰੈਕਸ਼ਨਲੈਸ ਹੈ ਜਾਂ ਡਾਇਰੈਕਸ਼ਨਲੈਸ? ਇਹ ਜਿਹੜੀ ਇਹ ਪਹੁੰਚ ਹੈ ਨਾ, ਇਹ ਇਤਿਹਾਸ ਨੂੰ ਵੱਢ ਕੇ ਆਪਣੇ ਮੌਜੂਦਾ ਮੌਜਿਆਂ ਦੇ ਮੇਜ਼ ਦੇ ਕਰਨ ਵਾਲੀ ਪਹੁੰਚ ਹੈ। 1999 ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਇਆ ਜਾਂਦਾ, ਉਹ ਇਤਿਹਾਸ 'ਚ ਪਹਿਲੀ ਵਾਰੀ ਹੋਇਆ, ਉਦੋਂ ਵੀ ਕੌਮ ਡਾਇਰੈਕਸ਼ਨਲੈਸ ਹੋ ਗਈ ਸੀ। ਜਗਦੀਸ਼ ਟਾਈਟਲ ਵਾਲੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ ਇੱਕ ਸ਼ਖਸ ਹੁੰਦਾ, ਉਸ ਤੇ ਸਾਡੇ ਬਹਿਸਾਂ ਸ਼ੁਰੂ ਹੋ ਜਾਂਦੀਆਂ। ਇਹ ਵੀ ਡਾਇਰੈਕਸ਼ਨਲੈਸ। ਜੇ ਤੁਸੀਂ ਇਹ ਕਹਿੰਦੇ ਹੋ ਟਾਈਟਲ ਦੀ ਸ਼ਰਟ ਪਾ ਕੇ ਸਾਡੇ ਦਰਬਾਰ ਸਾਹਿਬ ਗੁਰਦੁਆਰੇ 'ਚ ਨਹੀਂ ਆ ਸਕਦਾ, ਤੇ ਫਿਰ ਕੱਲ ਨੂੰ ਤੁਸੀਂ ਭਿੰਡਰਾਂ ਦੀ ਕਾਰਾਂ ਤੇ ਫੋਟੋ ਲਾ ਕੇ ਹਿਮਾਚਲ 'ਚ ਜਾਂਦੇ ਹੋ, ਹੋਰ ਥਾਂ ਤੇ ਜਾਂਦੇ ਹੋ, ਉੱਥੇ ਕਹਿੰਦੇ ਹੋ ਸਾਨੂੰ ਕਿਉਂ ਰੋਕਦੇ? ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਸਾਡੇ ਨਾਲ ਅੱਜ ਮਾਲਵਿੰਦਰ ਸਿੰਘ ਮਾਲੀ ਮੌਜੂਦ ਹੋਣਗੇ, ਜਿਹੜੇ SS ਮਾਸਟਰ ਰਹੇ ਆ, ਪੱਤਰਕਾਰ ਰਹੇ ਆ ਤੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਰਹੇ ਆ, ਤੇ ਹੁਣ ਪੋਲੀਟੀਕਲ ਕਮੈਂਟੇਟਰ ਵਜੋਂ ਜਾਣੇ ਜਾਂਦੇ ਆ। ਜਿੰਨੇ ਰਾਰੇ ਆ ਉਹਨਾਂ ਸਾਰੇ ਰਾਰਿਆਂ ਤੇ ਉਹਨੇ ਕੰਮ ਕੀਤਾ, ਤੇ ਹੁਣ ਆ ਜਿਹੜੇ ਉਹ ਇਸ ਵਕਤ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੈ। ਬਹੁਤ ਸਾਰੇ ਮੁੱਦਿਆਂ ਤੇ ਉਹ ਲਗਾਤਾਰ ਬੋਲਦੇ ਰਹਿੰਦੇ ਆ। ਵਿਰੋਧ ਵੀ ਹੁੰਦਾ, ਉਸ ਦੇ ਬਾਵਜੂਦ ਵੀ ਮਾਲੀ ਸਾਹਿਬ ਦੇ ਹੱਥ ਆ ਜਿਹੜੇ ਰੁਕਦੇ ਨਹੀਂਗੇ। ਉਹ ਬੋਲਦੇ ਰਹਿੰਦੇ ਆ, ਲਿਖਦੇ ਰਹਿੰਦੇ ਆ। ਪਤਾ ਨਹੀਂ ਕਿਉਂ ਮਾਲੀ ਸਾਹਿਬ ਜਿਹੜੀਆਂ ਟਿੱਪਣੀਆਂ ਕਰਦੇ ਆ ਉਹਨਾਂ ਤੇ ਇਸ ਤਰੀਕੇ ਦੇ ਪ੍ਰਤੀਕਰਮ ਹੁੰਦੇ ਆ ਕਿ ਬਹੁਤ ਲੋਕ ਕਹਿੰਦੇ ਆ ਕਿ ਮਾਲੀ ਸਾਹਿਬ ਨੂੰ ਨਹੀਂ ਸੱਦਣਾ, ਨਹੀਂ ਬੁਲਾਉਣਾ, ਬੜੇ ਗਰਮ ਸੁਭਾਅ ਦੇ ਨੇ। ਪਰ ਮਾਲੀ ਸਾਹਿਬ ਗਰਮ ਸੁਭਾਅ ਦੇ ਕਿਉਂ ਨੇ, ਜਾਂ ਅਸਲ ਵਿੱਚ ਗਰਮ ਸੁਭਾਅ ਹੈ, ਜਾਂ ਤਰਕ ਦੇ ਆਧਾਰ ਤੇ ਗੱਲ ਕਰਦੇ, ਸਾਰੇ ਸਵਾਲ ਉਹਨਾਂ ਹੋਣਗੇ, ਕਿਉਂਕਿ ਪੰਥਕ ਏਜੰਡਿਆਂ ਤੇ ਉਹ ਲਗਾਤਾਰ ਬੋਲਦੇ ਪਿਆ ਤੇ ਮਿਸਟਰ ਟੋੜਾ ਹਰਾ ਦੇ ਵੀ ਬੜੇ ਨੇੜੇ ਰਹੇ ਆ। ਮੁੱਖ ਮੰਤਰੀਆਂ ਦੀਆਂ ਟੀਮਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਤੇ ਪੰਜਾਬੀ ਯੂਨੀਵਰਸਿਟੀ ਦੇ ਪਬਲਿਕ ਰਿਲੇਸ਼ਨ ਅਫਸਰ ਵਜੋਂ ਵੀ ਕੰਮ ਕੀਤਾ। ਬਹੁਤ ਕੁਝ ਉਹਨਾਂ ਨੇ ਨੇੜਿਓਂ ਦੇਖਿਆ ਤੇ ਹੁਣ ਮਾਲਵਿੰਦਰ ਸਿੰਘ ਮਾਲੀ ਹਰਾਂ ਦਾ ਸਵਾਗਤ ਕਰਦਾ ਵੇਲਾ। ਮਾਲੀ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਮਾਲੀ ਸਾਹਿਬ ਇਹਨੇ ਗਰਮ ਕਿਉਂ ਤੁਸੀਂ? ਪਹਿਲਾ ਸਵਾਲ ਮੇਰਾ ਇਹੀ ਹੈ। ਅਸਲ 'ਚ ਗਰਮ ਨਰਮ ਦੀ ਇਹ ਪਰਿਭਾਸ਼ੀ ਕੋਈ ਉਲਝੀ ਜੀ ਹੋਈ ਆ। ਜਦੋਂ ਕੋਈ ਬੰਦਾ ਸਾਫ਼ ਸਪਸ਼ਟ ਤੇ ਸੱਚ ਬੋਲਦਾ, ਉਹਨੂੰ ਗਰਮ ਕਹਿ ਦਿੱਤਾ ਜਾਂਦਾ। ਜਦੋਂ ਕੋਈ ਬੰਦਾ ਸਮਝੌਤੇ ਦੀ ਵਾਲੀ ਗੱਲ ਕਰਦਾ, ਗੱਲ ਤੇਰੀ ਵੀ ਠੀਕ ਆ, ਗੱਲ ਮੇਰੀ ਵੀ ਗਲਤ ਨਹੀਂ, ਉਦੋਂ ਐਂ ਲੱਗਦਾ ਯਾਰ ਬੰਦਾ ਸਿਆਣਾ ਸਮਝਦਾਰ ਆ। ਮਤਲਬ ਇੱਕ ਜਿਹੜਾ ਸੁਭਾਅ ਨਾ, ਜਿਹੜਾ ਪੰਜਾਬੀਆਂ ਦਾ ਸੁਭਾਅ, ਜਾਂ ਜਿਹੜੀ ਸਿੱਖੀ ਵਿਰਸੇ ਆ ਵੀ ਸਾਫ਼ ਤੇ ਸਪਸ਼ਟ ਗੱਲ ਕਰਨੀ, ਜਿਹੜੀ ਗੱਲ ਸਮਝ ਨਾ ਆਵੇ ਉਹ ਕਹਿ ਦੇਣਾ ਮੈਨੂੰ ਇਹਦੇ ਬਾਰੇ ਪਤਾ ਨਹੀਂ। ਮਤਲਬ ਇਸ ਤਰ੍ਹਾਂ ਦੇ ਗੱਲ ਕਰਕੇ, ਜਿਵੇਂ ਅਕਾਲੀ ਦਲ ਦੇ ਵਿੱਚ ਆ ਨਰਮ ਪੰਥੀ, ਗਰਮ ਪੰਥੀ, ਮੌਜੂਦਾ ਸਟੇਟ ਆ ਜਿਹੜੀ, ਸਮਾਜ ਆ ਜਿਹੜਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਡਾ ਜਾਇਜ਼ਾ ਕੀ ਆ ਤੇ ਹੋਣਾ ਕੀ ਚਾਹੀਦਾ? ਅਸਲ 'ਚ ਵਿਚਾਰੇ ਹੁੰਦੇ ਨੇ, ਤੇ ਨਰਮੀ ਗਰਮੀ ਵਾਲੀ ਗੱਲ ਮੈਨੂੰ ਕੋਈ ਲੱਗਦੀ ਨਹੀਂ। ਬਾਲੇ ਲੋਕ ਕਹਿੰਦੇ ਆ ਮਾਲੀ ਸਾਹਿਬ ਬੜੇ ਤੱਤੇ ਆ। ਹਾਂ, ਕਿਉਂਕਿ ਮੈਂ ਮੂੰਹ ਤੇ ਗੱਲ ਕਹਿ ਦਿੰਦਾ। ਮੈਂ ਉਹ ਨਹੀਂ ਹਾਂ ਜਿਨ ਮਨ ਹੋਰ ਮੁੱਖ ਹੋਰ ਸੋ ਕਾਂਡੇ ਕੱਚੇ ਆ। ਤੇ ਬਹੁਤੇ ਪੱਤਰਕਾਰ ਵੀ ਤੁਹਾਡੇ ਡਰਦੇ ਆ। ਨਹੀਂ, ਡਰਨ ਵਾਲੀ ਤਾਂ ਕੋਈ ਗੱਲ ਨਹੀਂ, ਡਰਨ ਵਾਲੀ ਤਾਂ ਕੋਈ ਕਹਿੰਦੇ ਮਾਲੀ ਸਾਹਿਬ ਨੂੰ ਸਵਾਲ ਕੀ ਕਰੀਏ, ਪਤਾ ਨਹੀਂ ਪੁੱਠੇ ਨਾ ਪੈ ਜਾਣ ਕਿਤੇ। ਨਹੀਂ, ਤੁਸੀਂ ਮੈਨੂੰ ਕਿੰਨੇ ਤਿੱਖੇ ਸਵਾਲ ਕਰਦੇ ਹੋ, ਮੈਂ ਕਦੇ ਪੁੱਠਾ ਪਿਆ? ਨਿੱਜੀ ਤੌਰ ਤੇ ਮੇਰਾ ਤੁਹਾਡੇ ਨਾਲ ਕੀ, ਜਾਂ ਕਿਸੇ ਨਾਲ ਵੀ ਕੀ ਰੌਲਾ? ਪਰ ਜਦੋਂ ਸਵਾਲ ਕਿਸੇ ਮੰਤਵ ਖਾਤਰ ਕੀਤਾ ਜਾਂਦਾ, ਜਦੋਂ ਕਿਸੇ ਦਾ ਸਵਾਲ ਆਪਦਾ ਬਣਾ ਕੇ ਕੀਤਾ ਜਾਂਦਾ, ਉਦੋਂ ਫਿਰ ਕਈ ਵਾਰ ਕਿਹਾ ਜਾਂਦਾ, ਜਿਵੇਂ ਟੀਵੀ ਤੇ ਇੱਕ ਵਾਰ ਬਹਿਸ ਹੋ ਰਹੀ ਸੀ ਨਾ, ਉਹ ਕਿਸੇ ਨੇ ਸਵਾਲ ਕਰਤਾ ਵੀ ਇਹ ਸਵਾਲ ਤੁਹਾਡਾ ਬੀਬਾ ਕਿ ਮੋਦੀ ਦਾ?
ਫਿਰ ਇਸ ਤਰ੍ਹਾਂ ਦੀਆਂ ਗੱਲਾਂ ਤੇ ਕਈ ਉਲਝੇਵੇਂ ਪੈ ਜਾਂਦੇ। ਚਲੋ ਹੁਣ ਮੈਂ ਸਿੱਧਾ ਏਜੰਡੇ ਤੇ ਆਉਣਾ। ਤੁਸੀਂ ਪੰਥਕ ਏਜੰਡੇ ਬਾਰੇ ਬੜਾ ਖੁੱਲ੍ਹ ਕੇ ਬੋਲਦੇ ਹੋ ਮਾਲੀ ਸਾਹਿਬ। ਮਾਲੀ ਸਾਹਿਬ, ਇਸ ਵਕਤ ਜਿਹੜੇ ਸਿੱਖ ਭਾਈਚਾਰਾ ਉਹਨਾਂ ਨੂੰ ਕਿਸੇ ਡਾਇਰੈਕਸ਼ਨ ਦੀ ਜ਼ਰੂਰਤ ਹੈਗੀ ਹੈ? ਕੋਈ ਤੁਸੀਂ ਕਹਿ ਰਹੇ ਹੋ ਡਾਇਰੈਕਸ਼ਨ ਲੈਸ ਹੈ ਕੌਮ, ਕਿਉਂ ਕਹਿ ਰਹੇ ਹੋ? ਨਹੀਂ, ਅਸਲ 'ਚ ਪੰਥਕ ਭਾਈਚਾਰਾ ਕਹਿ ਲਓ, ਸਿੱਖ ਭਾਈਚਾਰਾ ਕਹਿ ਲਓ, ਪੰਜਾਬੀ ਕਹਿ ਲਓ, ਇਹ ਨਾ ਇੱਕ ਦੂਜੇ ਨਾਲ ਜੁੜੇ ਹੋਏ ਨੇ। ਸਾਡਾ ਇੱਕ ਮੂਲ ਆ, ਜਿਹੜਾ ਕਿਹਾ ਜਾਂਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਗੁਰੂ ਸਾਹਿਬਾਨਾਂ ਤੋਂ ਪਹਿਲਾਂ ਵੀ ਇਸ ਧਰਤੀ ਦੇ ਉੱਤੇ ਬਹੁਤ ਕੁਝ ਹੁੰਦਾ ਰਿਹਾ, ਨਵੇਂ ਵਿਚਾਰ ਉਗਮਦੇ ਰਹੇ ਨੇ, ਤੇ ਬਾਬਾ ਗੁਰੂ ਨਾਨਕ ਨੇ ਆ ਕੇ ਜੋ ਅਧਿਕਾਰ ਸੀ, ਜਿਵੇਂ ਉਹ ਕਹਿੰਦੇ ਸੀ ਨਾ, ਤਾਰੇ ਛੁਪੇ ਅੰਧੇਰ ਜਿਉਂ ਕਰ ਸੂਰਜ ਨਿਕਲਿਆ, ਇਹ ਚਲੋ ਇਹਨੂੰ ਤਕਨੀਕੀ ਗੱਲ ਨਹੀਂ, ਗੱਲ ਤਾਂ ਇਹ ਆ ਵੀ ਜਦੋਂ ਵਿਚਾਰਾਂ ਦਾ ਐਡਾ ਵੱਡਾ ਉਲਝਾ ਪਿਆ ਹੋਵੇ, ਮਤਲਬ ਜਨਤਾ ਜਿਹੜੀ ਉਹ ਹਨੇਰੇ 'ਚ ਟੱਕਰਾਂ ਮਾਰ ਰਹੀ ਹੋਵੇ, ਉਸ ਮੌਕੇ ਦੇ ਆ ਕੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਇੱਕ ਦਿਸ਼ਾ ਦਿੱਤੀ ਵਿਚਾਰਾਂ ਦੀ। ਦਿਸ਼ਾ ਕੀ ਆ ਵੀ ਇਹ ਸਮਾਜ ਕੀ ਆ, ਭਾਈਚਾਰਾ ਕੀ ਆ, ਮਨੁੱਖ ਕੀ ਆ, ਧਰਮ ਕੀ ਆ, ਕਰਮ ਕੀ ਆ, ਇਹਦੇ ਬਾਰੇ ਜੋ ਜਿਹੜੇ ਖਾਰੇ ਸਮੁੰਦਰ 'ਚ ਲੋਕ ਡੁੱਬੇ ਹੋਏ ਸੀ ਉਹਨਾਂ ਨੂੰ ਕੱਢ ਕੇ ਉਹਨਾਂ ਨੇ ਕਿਹਾ ਵੀ ਸਰਲ ਬਣਾਇਆ ਜੀਵਨ ਜਾਚ। ਧਰਤੀ ਕੀ ਆ, ਸੂਰਜ ਕੀ ਆ, ਆਕਾਸ਼ ਕੀ ਆ, ਪਤਾਲ ਕੀ ਆ, ਰਾਜਾ ਕੀ ਆ, ਜਨਤਾ ਕੀ ਆ, ਭਾਈ ਲਾਲੋ ਕੀ ਆ, ਮਲਕ ਭਾਗੋ ਕੀ ਆ। ਮਤਲਬ ਤੁਸੀਂ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆ ਸੂ ਕਿਆ ਰੀਸ, ਸੋ ਕਿਉਂ ਮੰਦਾ ਆਖੇ ਜਿਤ ਜੰਮੇ ਰਾਜਾਨ। ਐਡਾ ਵੱਡਾ ਇਨਕਲਾਬ ਸੀ ਇਹ ਉਹ ਜਿਹਾ ਸੀ ਜਿਹੜਾ ਜਿਨ੍ਹਾਂ ਦੇ ਆਧਾਰ ਤੇ ਕਿੰਨਿਆਂ ਨੂੰ ਫਾਂਸੀਆਂ ਦਿੱਤੀਆਂ ਗਈਆਂ ਨੇ। ਸੋ ਗੁਰੂ ਨਾਨਕ ਸਾਹਿਬ ਨੇ ਇੱਕ ਸੇਧ ਦਿੱਤੀ ਸਮਾਜ ਨੂੰ ਦੇਖਣ ਦੀ, ਇੱਕ ਜੀਵਨ ਜਾਚ ਨੂੰ ਅੱਗੇ ਤੋਰਨ ਦੀ। ਉਹ ਅੱਗੇ ਵਧਦੀ ਗਈ, ਗਾਹਾਂ ਆਉਂਦੀ ਗਈ, ਗੁਰੂ ਗੋਬਿੰਦ ਸਿੰਘ ਤੱਕ ਆ ਕੇ ਖਾਲਸਾ ਪੰਥ ਦੀ ਸਾਜਨਾ ਹੋ ਗਈ। ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਸ਼ਬਦ ਗੁਰੂ ਨੂੰ ਗੁਰਗੱਦੀ ਦੇਤੀ, ਦੇਹਧਾਰੀ ਗੁਰੂ ਦੀ ਪਰੰਪਰਾ ਖਤਮ ਕਰਤੀ, ਤਾਂ ਇੱਕ ਸਾਡੇ ਸਾਹਮਣੇ ਇੱਕ ਇਹੋ ਜਿਹਾ ਗ੍ਰੰਥ ਆ ਗਿਆ ਸਾਡੇ ਸਾਹਮਣੇ, ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹੜਾ ਤੁਹਾਡੇ ਸਾਰੇ ਸ਼ੋਭਿਆਂ 'ਚ, ਜ਼ਿੰਦਗੀਆਂ 'ਚ ਉਹਨਾਂ ਨੂੰ ਇੱਕ ਦੇਖਣ ਦਾ ਨਜ਼ਰੀਆ ਦਿੰਦਾ। ਦੁਨੀਆ 'ਚ ਰਹਿਣਾ ਕਿਵੇਂ ਆ, ਕਿਸ ਸੁਣੀਏ ਕੁਛ ਕਹੀਏ, ਮਤਲਬ ਤੁਸੀਂ ਜਿੰਨੀ ਵੀ ਤੁਸੀਂ ਗੱਲਾਂ ਲੈ ਲਓ। ਇੱਕ ਤਾਂ ਇਹ ਗੱਲ ਆ ਨਾ, ਰੱਬ ਦਾ ਨਾਮ ਜਪਣਾ। ਰੱਬ ਦਾ ਨਾਮ ਜਪਣ ਦਾ ਮਤਲਬ ਜਿਹੜਾ ਸੰਦੇਸ਼ ਆ ਰੱਬੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸੰਦੇਸ਼ ਆ, ਉਹਨੂੰ ਗ੍ਰਹਿਣ ਕਰਨਾ, ਉਹਨੂੰ ਜੀਵਨ ਜਾਚ ਦੇ ਵਿੱਚ ਢਾਲਣਾ। ਸੋ ਇਹ ਆ ਸਾਡਾ ਸੇਧ। ਨਹੀਂ, ਜਦੋਂ ਫਿਰ ਕੌਮ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਤੁਸੀਂ ਕਹਿੰਦੇ ਉਹ ਸੇਧ ਦਿੰਦੇ ਆ, ਫਿਰ ਕੌਮ ਡਾਇਰੈਕਸ਼ਨਲੈਸ ਕਿਵੇਂ ਹੋ ਸਕਦੀ? ਇਸੇ ਕਰਕੇ ਡਾਇਰੈਕਸ਼ਨਲੈਸ ਆ ਵੀ ਅਸੀਂ ਭਟਕ ਗਏ। ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਦੀ ਥਾਂ, ਉਸ ਫਲਸਫੇ ਤੋਂ ਸੇਧ ਲੈਣ ਦੀ ਥਾਂ, ਜਾਂ ਉਸ ਫਲਸਫੇ ਅਨੁਸਾਰ ਜਿੱਥੇ ਕਿਤੇ ਵੀ ਸੱਚ ਆ, ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ। ਉਹ ਇਹ ਵੀ ਕਿਹਾ ਨਾ ਜੀ, ਆਲੇ ਦੁਆਲੇ ਨਾਲ ਤੁਸੀਂ ਕਿਵੇਂ ਦੇਖਣਾ। ਵਖਰੇਵਾਂ ਅੱਡ ਨੇ ਸਾਰੇ, ਪਰ ਸਾਰੇ ਨੇ ਰਹਿਣਾ ਵੀ ਇਕੱਠੇ ਆ, ਸਾਰਿਆਂ ਨੇ ਇੱਕ ਦੂਜੇ ਤੇ ਨਿਰਭਰ ਵੀ ਰਹਿਣਾ। ਇਹ ਜਿਹੜੀ ਸੇਧ ਗੁਰੂ ਗ੍ਰੰਥ ਸਾਹਿਬ ਨੇ ਸਮਾਜ ਲਈ, ਪਰਿਵਾਰ ਲਈ, ਦੁਨੀਆ ਲਈ ਦਿੱਤੀ, ਅਸੀਂ ਉਹ ਤੋਂ ਵਿਛੁੰਨੇ ਗਏ ਜਾਂ ਭਟਕ ਗਏ, ਮੂਲ ਨਾਲ ਉਖੜ ਗਏ। ਤੁਸੀਂ ਡਿਫਰੈਂਸ਼ੀਏਟ ਕਰੋ ਨਾ ਥੋੜਾ ਜਿਹਾ। ਕੌਮ ਦਾ ਇੱਕ ਲੀਡਰ ਹੁੰਦਾ, ਜਾਂ 5 ਲੀਡਰ ਹੁੰਦੇ ਆ, ਜਾਂ 6 ਲੀਡਰ ਹੋਣਗੇ, ਉਹ ਲੀਡਰ ਡਾਇਰੈਕਸ਼ਨਲੈਸ ਹੋ ਗਿਆ ਜਾਂ ਪੂਰੀ ਕੌਮ ਡਾਇਰੈਕਸ਼ਨਲੈਸ ਹੋ ਗਈ? ਨਹੀਂ, ਅਸਲ 'ਚ ਕੌਮ ਤੇ ਲੀਡਰਾਂ ਦਾ ਆਪਸੀ ਰਿਸ਼ਤਾ ਹੁੰਦਾ। ਜੇ ਤੁਸੀਂ ਕਹੋ ਵੀ ਕੌਮ ਬਹੁਤ ਸਿਆਣੀ ਆ, ਲੀਡਰ ਨੇ ਜਿਹੜੇ ਭਟਕ ਗਏ, ਇਹ ਜਦੋਂ ਭਟਕਾ ਆਉਂਦਾ ਨਾ ਸਮੁੱਚੇ ਤੌਰ ਤੇ ਆਉਂਦਾ। ਕਈ ਵਾਰ ਉੱਪਰੋਂ ਸ਼ੁਰੂ ਹੁੰਦਾ, ਕਈ ਵਾਰ ਆਲੇ ਦਾਲੇ ਇੰਜੈਕਟ ਹੁੰਦਾ। ਤੁਹਾਨੂੰ ਤੁਹਾਡੇ ਸੋਚਣ ਦਾ ਨਜ਼ਰੀਆ ਬਦਲਿਆ ਜਾਂਦਾ ਵੀ ਤੁਸੀਂ ਆਪਣੇ ਇਤਿਹਾਸ ਨੂੰ ਕਿਵੇਂ ਦੇਖਣਾ, ਗੁਰਬਾਣੀ ਨੂੰ ਕਿਵੇਂ ਸੋਚਣਾ, ਜੀਵਨ ਜਾਚ ਨੂੰ ਕਿਵੇਂ ਸੋਚਣਾ। ਜਦੋਂ ਖੋਟ ਰਲਾਇਆ ਜਾਂਦਾ ਨਾ ਜੀ, ਖੋਟਾ ਇਹ ਥੋੜਾ ਹੁੰਦਾ ਵੀ ਸਿੱਖੀ ਦੇ ਬਰਾਬਰ ਕੋਈ ਖੋਟਾ ਫਲਸਫਾ ਰੱਖ ਦਿਓ, ਉਹਦੇ ਵਿੱਚ ਕਿਤੇ 5% ਲਾਤਾ, ਕਿਤੇ 2% ਲਾਤਾ। ਮਤਲਬ ਅਸੀਂ ਉਹੀ ਗੱਲਾਂ ਕਹਿਣ ਲੱਗ ਜਾਂਦੇ ਆ ਜਿਹੜੀਆਂ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਸਤੋਂ ਵਰਜਿਆ ਹੁੰਦਾ। ਸਿੱਧਾ ਕਿਉਂ ਨਹੀਂ ਕਹਿੰਦੇ? ਸਿੱਧਾ ਕਹੋ ਨਾ, ਕੀ ਮਿਲਾਵਟ ਹੋ ਗਈ ਹੈ? ਹਾਂ, ਕੀ ਮਿਲਾਵਟ ਹੋਈ? ਤੁਸੀਂ ਚਲੋ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਹਾਂ, ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ, ਦੇਹਧਾਰੀ ਗੁਰੂ ਦੀ ਪਰੰਪਰਾ ਖਤਮ ਕੀਤੀ ਤੇ ਕਿਹਾ ਵੀ ਇਹ ਆ ਜਿੱਥੋਂ ਅਸੀਂ ਸੇਧ ਲੈਣੀ ਹੈ। ਚਲਦੇ ਚਲਦੇ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਹਰ ਗੁਰਦੁਆਰੇ ਦੇ ਵਿੱਚ ਇਹ ਦੋਹਰਾ ਪ੍ਰਚਲਿਤ ਹੋਇਆ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੁਣ ਇਹ ਇੱਕ ਵਿਰੋਧ ਆ, ਉਹਨੂੰ ਗੁਰਾਂ ਦੀ ਫਿਰ ਦੇਹਧਾਰੀ ਪਰੰਪਰਾ ਨਾਲੋਂ ਸਾਡਾ ਛੁਟਕਾਰਾ ਕਿਵੇਂ ਹੋਇਆ? ਜੇ ਅਸੀਂ ਉਹਨੂੰ ਮੂਰਤੀ ਮੰਨ ਲਓ, ਤੁਸੀਂ ਮੂਰਤੀਆਂ ਨੂੰ ਵੀ ਦੇਹ ਮੰਨਿਆ ਜਾਂਦਾ, ਜੇ ਤੁਸੀਂ ਦੇਹ ਮੰਨੋਗੇ ਫੇਰ ਕੀ ਹੋਇਆ? ਇਹ ਚਲਦੇ ਚਲਦੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਸੀ, ਪੰਨਿਆਂ ਦਾ ਹਵਾਲਾ ਹੁੰਦਾ, ਇਹ ਕਿੱਥੋਂ ਕਿਵੇਂ ਉਹਨਾਂ ਨੂੰ ਅੰਗ ਬਣਾਤਾ, ਦੇਹ ਬਣਾਤਾ, ਅੰਗ ਬਣਾਤਾ। ਫਿਰ ਉਹਦੇ ਪ੍ਰਤੀ ਸਾਡੀ ਰਵੱਈਆ ਬਦਲ ਗਿਆ। ਇੱਕ ਤਾਂ ਸ਼ਰਧਾ ਸਤਿਕਾਰ ਆ ਹੋਣੀ ਚਾਹੀਦੀ ਹੈ,
ਚੰਗੇ ਬੰਦੇ ਪ੍ਰਤੀ ਜਾਂ ਕਿਸੇ ਵੀ ਬੰਦੇ ਪ੍ਰਤੀ ਵੀ ਸਤਿਕਾਰ ਹੋਣਾ ਚਾਹੀਦਾ। ਇਹ ਤਾਂ ਸਾਡੇ ਫੇਰ ਵੀ ਸਾਨੂੰ ਰਾਹ ਦਰਸਾਵਾ, ਪ੍ਰੇਰਨਾ ਸਰੋਤ ਆ, ਸਾਡੀ ਜੀਵਨ ਜਾਤ ਦਾ ਸਮਾਂ ਗੁਰੂ ਆ ਸਾਡਾ ਅੱਜ ਉਹ। ਫਿਰ ਉਹਦੇ ਵਿੱਚ ਫਿਰ ਮੂਰਤੀ ਪੂਜਾ ਐਂਟਰ ਹੋ ਗਈ, ਗੁਰੂ ਸਾਰੇ ਗੁਰੂ ਪ੍ਰਬੰਧ ਦੇ ਵਿੱਚ। ਤੁਸੀਂ ਇਹ ਦੇਖੋ, ਅਸੀਂ ਹਰਿਦੁਆਰ ਤੋਂ ਫੁੱਲ ਪਾਉਣੋਂ ਹਟ ਗਏ, ਅਸੀਂ ਕੀਰਤਪੁਰ ਚੁਣ ਲਿਆ। ਅਸੀਂ 80 ਪੌੜੀਆਂ ਦਾ ਕਹਿਤਾ ਵੀ ਇਹ ਗਲਤ ਨਜ਼ਰੀਆ। ਅਸੀਂ ਦਰਬਾਰ ਸਾਹਿਬ ਦੇ ਪਿੱਛੇ 4 ਪੌੜੀਆਂ ਨੇ, ਉਹਨਾਂ ਨੂੰ ਉਸ ਰੂਪ 'ਚ ਦੇਖਣ ਲੱਗੇ। ਧਾਰਮਿਕ ਖੇਤਰ ਦੀ ਮੈਂ ਗੱਲ ਕਰਦਾ। ਰਾਜਸੀ ਨਿਸ਼ਾਨਾ ਕੀ ਆ? ਸਰਬੱਤ ਦੇ ਭਲੇ 'ਚ ਆਪਣਾ ਭਲਾ ਦੇਖਣਾ, ਸਰਬੱਤ ਦੇ ਭਲੇ ਲਈ ਲੜਨਾ, ਸਮਾਜ ਦੇ ਭਲੇ ਲਈ ਲੜਨਾ। ਉਸ ਤੋਂ ਬਾਅਦ ਜਦੋਂ ਸਿਆਸੀ ਨਿਸ਼ਾਨੇ ਮਿੱਥੇ ਜਾਣ ਲੱਗੇ, ਉਹਦੇ ਵਿੱਚ ਵੀ ਭਟਕਾ ਆ ਗਿਆ। ਤੁਹਾਡੀਆਂ ਆਹ ਸਟੇਟਮੈਂਟ ਦਾ ਹੀ ਵਿਰੋਧ ਹੋਣਾ ਜਿਹੜਾ ਤੁਸੀਂ ਦੱਸ ਰਹੇ ਹੋ। ਨਹੀਂ, ਵਿਰੋਧ ਨਹੀਂ, ਸੰਵਾਦ ਹੋਣਾ ਚਾਹੀਦਾ। ਅਸਲ ਸੰਵਾਦ ਤੇ ਸੰਵਾਦ ਹੋ ਰਿਹਾ ਹੋਣਾ ਚਾਹੀਦਾ, ਬੰਦਾ। ਗੁਰੂ ਸਾਹਿਬਾਨ ਨੇ ਤਾਂ ਕਿਹਾ ਸੀ ਸੰਵਾਦ ਕਰੋ। ਮੈਂ ਕਹਿੰਦਾ ਸਿੱਖਾਂ ਦੇ ਵਿੱਚ ਵੀ ਸੰਵਾਦ ਬਣਦਾ ਤੇ ਕਾਮਰੇਡਾਂ 'ਚ ਵੀ ਸੰਵਾਦ ਬਣਦਾ। ਜੋ ਜਿਹਦੇ ਕੋਲ ਹੈਗਾ ਉਹ ਕਹਿੰਦੇ ਇਹੀ ਪੂਰਨ ਸੱਚ ਆ। ਹੈਗਾ ਕੀ ਮਤਲਬ? ਜੋ ਉਹਨਾਂ ਨੇ ਮਾਰਕਸਵਾਦੀ ਫਲਸਫੇ ਤੋਂ ਸਮਝਿਆ, ਜੋ ਸਿੱਖਾਂ ਨੇ ਗੁਰੂ ਨਾਨਕ ਦੇ ਫਲਸਫੇ ਤੋਂ ਸਮਝਿਆ, ਜਿਹੜੀ ਉਹਨਾਂ ਨੂੰ ਸਮਝ ਆ ਗਈ, ਉਹ ਕਹਿੰਦੇ ਇਹੀ ਅੰਤਮ ਸੱਚ ਆ। ਸੰਵਾਦ ਖਤਮ ਹੋ ਗਿਆ। ਚਲੋ, ਸੰਵਾਦ ਜਾਰੀ ਰਹੂਗਾ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਮੌਜੂਦ ਹੈ। ਕਿ ਸਾਰੇ ਕਹਿੰਦੇ ਬਹੁਤ ਤੱਤੇ ਸੁਭਾਅ ਦੇ ਆ, ਪਰ ਇਹ ਤੱਤੇ ਸੁਭਾਅ ਦੇ ਵਿੱਚ ਵਾਲੇ ਤਰਕ ਵੀ ਹੈਗੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਮਾਲੀ ਸਾਹਿਬ, ਸਿੱਧਾ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਹੋਇਆ 100 ਸਾਲ ਦੇ ਇਤਿਹਾਸ ਦੇ ਵਿੱਚ, 3 ਸੀਟਾਂ ਉਹਨਾਂ ਦੇ ਕੋਲ ਰਹਿ ਗਈਆਂ, ਤਿੰਨਾਂ ਵਿੱਚੋਂ ਵੀ ਇੱਕ ਪਤਾ ਨਹੀਂ ਨਾਲ ਕਿੰਨਾ ਕੁ ਹੈ ਕਿ ਨਹੀਂ ਹੈ ਐਮਐਲਏ। ਲੋਕ ਸਭਾ ਦੇ ਵਿੱਚ 2 ਸੀਟਾਂ ਨੇ। ਵਿਧਾਨ ਸਭਾ ਚੋਣਾਂ ਦੇ ਵਿੱਚ, ਲੋਕ ਸਭਾ ਚੋਣਾਂ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਬਾਈ ਇਲੈਕਸ਼ਨ ਹੋਈ ਹੈ, ਉੱਥੇ ਜੋ ਹਾਲ ਹੋਇਆ, ਤੁਹਾਨੂੰ ਇਸ ਕਰਕੇ ਲੱਗਦਾ ਹੈ ਕਿ ਕੌਮ ਡਾਇਰੈਕਸ਼ਨਲੈਸ ਹੈ, ਕਿ ਅਕਾਲੀ ਦਲ ਦਾ ਹਾਲ ਬੁਰਾ ਹੋਇਆ, ਜਾਂ ਕੋਈ ਹੋਰ ਵਜ੍ਹਾ ਲੱਗਦੀ? ਨਹੀਂ, ਜਦੋਂ ਸਾਡਾ ਮੰਤਵ ਬਦਲ ਗਿਆ, ਜਦੋਂ ਮੰਤਵ ਬਦਲ ਗਿਆ, ਫਿਰ ਤਰੀਕੇ ਬਦਲ ਜਾਂਦੇ ਨੇ। ਖਾਲਸਾ ਰਾਜ ਰਿਹਾ, ਖਾਲਸਾ ਰਾਜ ਜਿਹਨੂੰ ਅੱਜ ਵੀ ਉਹ ਕਹਿੰਦੇ ਨੇ, BBC ਨੇ ਜਿਹੜਾ ਐਨਾਲਿਸਿਸ ਕਰਾਇਆ ਸੀ, ਉਹਨਾਂ ਵੇਲਿਆਂ 'ਚ ਜਦੋਂ ਰਾਜਿਆਂ ਦੇ ਰਾਜ ਹੁੰਦੇ ਸੀ, ਦੁਨੀਆ ਦੇ ਸਭ ਤੋਂ 5 ਵਧੀਆ ਰਾਜਾਂ ਦੇ ਵਿੱਚ ਸੀ ਉਹ ਰਾਜ, ਜਿਹਦੇ ਵਿੱਚ 50-55 ਜਾਂ 60% ਮੁਸਲਮਾਨ ਸੀ, 20% ਹਿੰਦੂ ਸੀ, ਤੇ ਉਦੋਂ ਸਭ ਸੁਖਾਲੀ ਵਸ ਰਹੇ ਸੀ। ਕੋਈ ਦੰਗਾ ਨਹੀਂ ਸੀ, ਕੋਈ ਵਿਤਕਰਾ ਨਹੀਂ ਸੀ, ਕੁਝ ਹੋਰ ਨਹੀਂ ਸੀ। ਕੱਲਾ ਖਾਲਸਾ ਰਾਜ ਸੀ ਜਿਹੜਾ ਅੰਗਰੇਜ਼ਾਂ ਨੇ ਜਿੱਤਣ ਲਈ ਲਹੂ ਦੀਆਂ ਨਦੀਆਂ ਡੋਲਣੀਆਂ ਪਈਆਂ, ਤੇ ਵਿੱਚੋਂ ਕਿੰਨੇ ਗਦਾਰ ਉਹਨਾਂ ਨੂੰ ਆਪਦੇ ਨਾਲ ਸ਼ਾਮਲ ਕਰਨੇ ਪਏ। ਬਾਕੀ ਜਿਹੜੇ 565 ਦੇਸ਼ ਸੀ, ਉਦੋਂ ਦੇਸ਼ ਹੀ ਸੀ ਨਾ, ਰਿਆਸਤ ਦੇਸ਼ ਹੁੰਦੀ ਸੀ, ਉਹ ਤਾਂ ਲੋਲੇ ਪੋਪੇ ਕਰਕੇ ਸਾਰੇ ਮਿਲਾ ਲਏ ਸੀ। ਇਸ ਕਰਕੇ ਅੰਗਰੇਜ਼ਾਂ ਵੇਲੇ ਤੋਂ ਜਿਹੜਾ ਉਹ ਪੰਜਾਬ ਸੀ, ਜਿਹੜਾ ਉਹਦਾ ਇੱਕ ਬਣਿਆ ਹੋਇਆ ਸੀ ਸੰਕਲਪ, ਜੋ ਹਿੰਦੂ ਮੁਸਲਮਾਨ ਸਿੱਖਾਂ ਦਾ ਇੱਕ ਰੋਲ ਬਣਿਆ ਹੋਇਆ ਸੀ, ਐਂ ਥੋੜਾ ਉੱਥੇ ਮੁਸਲਮਾਨ ਰੋਲ ਨਹੀਂ ਨਿਭਾਉਂਦੇ ਸੀ ਸਮਾਜ 'ਚ। ਤੁਸੀਂ ਦੇਖੋ ਉਹਨਾਂ ਦਾ ਜਿਹੜਾ ਕਿੱਤਾ ਸੀ ਉਹਨਾਂ ਦਾ, ਜਾਂ ਜੋ ਹਿੰਦੂ ਵਸੋਂ ਸੀ ਜੋ ਉਹਨਾਂ ਦਾ ਕਿੱਤਾ ਸੀ, ਸਿੱਖ ਵਸੋਂ ਸੀ ਉਹਨਾਂ ਦਾ ਕਿੱਤਾ ਸੀ, ਲੜਨ ਦੇ ਵਿੱਚੋਂ ਮੋਹਰੀ ਸੀ। ਜਦੋਂ ਵੀ ਕੋਈ ਖਿੱਤਾ ਆਪਦੇ ਹੱਕਾਂ ਲਈ, ਪਛਾਣ ਲਈ, ਰਾਜ ਲਈ ਉੱਠਦਾ, ਉਹਦੇ ਵਿੱਚ ਹਮੇਸ਼ਾ ਇੱਕ ਜਮਾਤ ਜਾਂ ਇੱਕ ਧੁਰਾ ਬਣਦੀ ਹੁੰਦੀ ਆ, ਜਿਹਨੂੰ ਆਪਾਂ ਚੂਲ ਬਣ ਜਾਂਦੀ ਆ। ਬਾਕੀ ਉਹਦੇ ਆਲੇ ਦੁਆਲੇ ਕੋਈ ਹਮੈਤੀ, ਕੋਈ ਘੱਟ ਹਮੈਤੀ, ਵੱਧ ਹਮੈਤੀ ਹੁੰਦਾ। ਉਹ ਪੰਜਾਬ ਨੂੰ ਖੰਡਾਉਣ ਖਾਤਰ ਅੰਗਰੇਜ਼ਾਂ ਨੇ ਪੂਰਾ ਜ਼ੋਰ ਲਾਇਆ। ਚੂਲ ਕਮਜ਼ੋਰ ਹੋ ਗਈ ਸਾਡੀ? ਨਹੀਂ, ਚੂਲ ਮੈਂ ਤੁਹਾਨੂੰ ਇਹ ਕਿਹਾ, ਸਿੱਖ ਆ ਜਿਹੜੇ ਉਸ ਰਾਜ ਦੇ, ਕਿਉਂਕਿ ਸਿੱਖ, ਤੁਸੀਂ ਇਹਨੂੰ ਸਿੱਖ ਧਰਮ ਦੂਜੇ ਧਰਮਾਂ ਵਰਗਾ ਧਰਮ ਨਹੀਂ, ਸਿੱਖ ਲਹਿਰ ਵੀ ਇਹਨੂੰ ਕਹਿੰਦੇ ਨੇ। ਇਹਦਾ ਸਿੱਖ ਧਰਮ ਦਾ ਮਕਸਦ ਦੂਜੇ ਧਰਮ ਵਾਲਾ ਮਕਸਦ ਵੀ ਹੈ ਨਹੀਂ, ਇਹਦਾ ਬਿਲਕੁਲ ਵੱਖਰਾ ਰੋਲ ਆ। ਇਸੇ ਕਰਕੇ ਵਿਲੱਖਣਤਾ ਨਾ ਸਿੱਖ ਧਰਮ ਦੇ ਵਿੱਚ, ਇਸੇ ਕਰਕੇ ਇਹਦੀਆਂ ਗੱਲਾਂ ਵਿਲੱਖਣ ਨੇ, ਇਸੇ ਕਰਕੇ ਦਾ ਇਤਿਹਾਸ ਵਿਲੱਖਣਾ, ਇਸੇ ਕਰਕੇ ਇੱਕ ਧਰਮ ਦੇ ਤੌਰ ਤੇ ਇਹ ਲੈ ਕੇ ਵੀ ਸਾਡਾ ਸਿੱਖ ਦਾ ਫਰਜ਼ ਆ। ਇਹਨਾਂ ਨੇ ਕਿੱਡੇ ਕਿੱਡੇ ਰੋਲ ਨਿਭਾਏ ਨੇ, ਹੋਰਾਂ ਥਾਂ ਤੇ ਇਸ ਤਰ੍ਹਾਂ ਗੱਲਾਂ ਨਹੀਂ ਹੋਈਆਂ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ, ਚੂਲ ਸੀ ਜਿਹੜੀ, ਉਹਦੇ ਆਲੇ ਦੁਆਲੇ ਪੰਜਾਬ ਸਿਰਜਿਆ ਜਾ ਰਿਹਾ ਸੀ ਨਾ। ਠੀਕ ਆ ਨਾ, ਕੁਝ ਰਿਆਸਤਾਂ ਵੀ ਬਾਹਰ ਸੀ, ਉਹ ਇਸ ਦਰ ਕਰਕੇ ਬਾਹਰ ਹੋ ਗਈਆਂ ਸੀ, ਅੰਗਰੇਜ਼ਾਂ ਨਾਲ ਆ ਗਈਆਂ ਸੀ। ਕਿਤੇ ਮਹਾਰਾਜਾ ਰਣਜੀਤ ਸਿੰਘ ਸਾਨੂੰ ਵੀ ਨਾਲ ਰਲਾ ਲਏ, ਵੱਜਦੀਆਂ ਤਾਂ ਉਹ ਵੀ ਸਿੱਖ ਰਿਆਸਤ ਹੀ ਸੀ। ਸੋ ਇਸ ਕਰਕੇ ਉਹਨਾਂ ਵੇਲਿਆਂ 'ਚ ਜਦੋਂ ਫੇਰ ਗਾਹਾਂ ਸਵਾਲ ਆਇਆ, 2 ਕੌਮਾਂ ਦਾ ਸਿਧਾਂਤ ਆ ਗਿਆ ਨਾ ਜੀ, ਫਿਰ ਪੰਜਾਬ ਵੱਢਿਆ ਗਿਆ। ਫੇਰ ਮੁੜ ਕੇ ਆਇਆ ਪੰਜਾਬੀ ਸੂਬਾ ਬਣਾਉਣ ਦਾ, ਪੰਜਾਬੀ ਸੂਬਾ ਫੇਰ ਨਹੀਂ ਬਣਿਆ। ਪਹਿਲਾਂ ਉਹ ਪ੍ਰਵਾਨ ਕਰ ਲੈਣਾ ਸਿੱਖਾਂ ਨੇ। ਤੁਹਾਨੂੰ ਪਤਾ ਹੋਣਾ ਚਾਹੀਦਾ, ਮੁਲਕ ਦੀ ਵੰਡ ਕਾਂਗਰਸ ਤੋਂ ਪਹਿਲਾਂ ਸਿੱਖ ਲੀਡਰਾਂ ਨੇ ਪ੍ਰਵਾਨ ਕੀਤੀ ਸੀ। ਕਾਂਗਰਸ ਦੇ ਰਸਮੀ ਤੌਰ ਤੇ ਪ੍ਰਵਾਨ ਆਗੂ ਕਹਿੰਦੇ ਸੀ ਵੰਡ ਕਰ ਲਓ। 1924 ਚ ਸਭ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਨੇ ਮੰਗ ਕੀਤੀ ਪੰਜਾਬ ਵੰਡਿਆ ਜਾਣਾ ਚਾਹੀਦਾ, ਜਿਹਨੂੰ ਅਸੀਂ ਸਾਡੇ ਮੂੰਹੋਂ ਨੂੰ ਪੰਜਾਬ ਕੇਸਰੀ ਕਹਿ ਰਹੇ ਹਾਂ। ਹਿੰਦੂ ਮਹਾਸਭਾ ਨੇ ਮੰਗ ਕੀਤੀ, ਲਾਲਾ ਹਰਦਿਆਲ ਵੀ ਉਧਰਲੇ ਪਾਸੇ ਨੂੰ ਝੁਕ ਗਿਆ। ਇੱਕ ਥਾਂ ਤੇ ਸੁਭਾਸ਼ ਚੰਦਰ ਬੋਸ ਨੇ ਵੀ ਕਹਿਤਾ ਵੀ ਇਸ ਕਲਕੱਤੇ ਵਾਲਾ, ਬੰਗਾਲ ਵਾਲਾ ਜਿਹੜੀ ਲਾਬੀ ਸੀ ਇਹ ਕਰ ਰਹੇ ਸੀ।
ਮੇਰੇ ਕਹਿਣ ਦਾ ਮਤਲਬ ਉਹ ਜਦੋਂ ਪੰਜਾਬ ਦੀ ਵੰਡ ਹੋਈ ਨਾ ਜੀ, ਉਹਦੇ ਵਿੱਚ ਵੱਡਾ ਵਡਾਂਗਾ ਹੋਇਆ ਜੜ, ਦੋ ਦੇਸ਼ ਬਣੇ, ਪੰਜਾਬ ਨੂੰ ਵੰਡ ਟੁੱਕ ਕੇ ਫੇਰ ਚਲੋ ਪੰਜਾਬੀ ਸੂਬਾ ਬਣਿਆ, ਮੁਲਕ ਦੇ ਸਾਰੇ ਸੂਬੇ ਬਣੇ, ਹੁਣ ਵੀ ਬਣੇ ਨੇ, ਬਾਅਦ ਚ ਅਨੰਤ ਲਗਾਨਾ, ਝਾਰਖੰਡ ਹੁਣ ਵੀ ਬਣੇ ਨੇ। ਜਿਹੜੇ ਅਸੂਲਾਂ ਤੇ ਮੁਲਕ ਦੇ ਸਾਰੇ ਸੂਬੇ ਬਣਾਏ, ਪੰਜਾਬੀ ਸੂਬਾ ਨਹੀਂ ਬਣਾਇਆ, ਪੰਜਾਬੀ ਸੂਬਾ ਵੰਡਤਾ, ਤੇ ਸਿੱਖਾਂ ਨੇ ਪ੍ਰਵਾਨ ਵੀ ਕਰ ਲਿਆ ਅਕਾਲੀ ਲੀਡਰਸ਼ਿਪ ਨੇ। ਤੂੰ ਕੀ ਸੀ? ਸਿੱਖਾਂ ਦੀ ਬਹੁ ਗਿਣਤੀ ਆ ਗਈ, ਸਿੱਖਾਂ ਦਾ ਰਾਜ ਹੋ ਅਕਾਲੀਆਂ ਦਾ। ਸਿਧਾਂਤ ਤੋਂ ਤਾਂ ਉਖੜ ਗਏ ਨਾ ਜੀ ਤੁਸੀਂ। ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਚੂਲ ਇਸ ਕੌਮ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਮੰਨਦੇ ਹੋ? ਨਹੀਂ, ਸ਼੍ਰੋਮਣੀ ਅਕਾਲੀ ਦਲ ਇੱਕ ਜਥੇਬੰਦੀ ਆ। ਚੂਲ ਆ ਜਿਹੜੀ, ਜਦੋਂ ਆਪਾਂ ਤਬਕਿਆਂ ਦੀ ਗੱਲ ਕਰਦੇ ਆ, ਮਤਲਬ ਹਰ ਇੱਕ ਤਬਕੇ ਦਾ ਕੋਈ ਰੋਲ ਹੁੰਦਾ। ਜਿਹੜਾ ਸਿੱਖ ਧਰਮ ਨਾਲ ਸੰਬੰਧਿਤ ਲੋਕ ਆ, ਉਹਨਾਂ ਦਾ ਰੋਲ ਆ ਜਿਹੜਾ ਇਹ ਸਮਾਜ ਨੂੰ ਸਿਰਜਣ ਚ, ਉਹ ਚ ਮੈਂ ਚੂਲ ਕਿਹਾ। ਚਲ ਬਾਕੀ ਸਾਰੇ ਨਾਲ ਨੇ। ਉਹ ਚੂਲ ਇਸ ਕਰਕੇ, ਜਦੋਂ ਤੱਕ ਉਹ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦਾ ਰਿਹਾ, ਕਿਸੇ ਨੂੰ ਇਤਰਾਜ਼ ਨਹੀਂ ਸਿੱਖਾਂ ਤੇ। ਸਮਾਂ ਤੇ ਉਹ ਕਹਿੰਦੇ ਸੀ ਨਾ ਵੀ ਆ ਗਿਆ ਨਿਹੰਗ, ਬੂਹਾ ਖੋਲ ਦੋ ਨਿਸ਼ੰਗ, ਮਤਲਬ ਕਿੰਨੀਆਂ ਉਦਾਹਰਨਾਂ ਨੇ। ਨਹੀਂ, ਹੁਣ ਕੌਮ ਕਿਹੜੀ ਲੀਡਰਸ਼ਿਪ ਨੂੰ ਦੇਖੇ? ਸਿਮਰਨ ਸਿੰਘ ਮਾਨ ਦੀ ਲੀਡਰਸ਼ਿਪ ਨੂੰ ਦੇਖੇ ਜਾਂ ਬਾਦਲ ਦੀ ਲੀਡਰਸ਼ਿਪ ਨੂੰ ਦੇਖੇ? ਇਹ ਅਸਲ ਚ ਲੀਡਰਸ਼ਿਪ ਨਹੀਂ ਹੈ ਸਿੱਖਾਂ ਦੀ, ਇਹ ਸਵੈ। ਤੁਸੀਂ ਦੋਨਾਂ ਨੂੰ ਨਕਾਰ ਰਹੇ ਹੋ? ਨਹੀਂ, ਹੈ ਹੀ ਨਹੀਂ। ਮੈਂ ਨਹੀਂ ਨਕਾਰ ਰਿਹਾ, ਲੋਕਾਂ ਨੇ ਨਹੀਂ ਨਕਾਰੇ। ਸਿਮਰਨਜੀਤ ਸਿੰਘ ਮਾਨ, ਚਲੋ ਮੈਂ ਥੋੜਾ ਜਿਹਾ ਇਹਦਾ ਪਿਛੋਕੜ ਦੱਸਦਾ। ਧਰਮ ਯੁੱਧ ਮੋਰਚਾ ਆਨੰਦਪੁਰ ਦੇ ਮਤੇ ਦੀ ਲੜਾਈ ਲਈ ਲੜਿਆ ਗਿਆ ਨਾ। ਆਨੰਦਪੁਰ ਦੇ ਮਤੇ ਦੀ ਲੜਾਈ ਫੈਡਰਲ ਢਾਂਚੇ ਦੀ ਲੜਾਈ ਸੀ, ਉਹ ਅਸਲ ਲੜਾਈ ਸੀ ਨਾ। ਉਹ ਲੜਾਈ ਨੂੰ ਖਤਮ ਕਰਨ ਲਈ ਪੰਜਾਬ ਤੇ ਹਮਲਾ ਕੀਤਾ, ਦਰਬਾਰ ਸਾਹਿਬ ਤੇ ਹਮਲਾ ਕੀਤਾ, ਗੁਰਧਾਮਾਂ ਤੇ ਹਮਲਾ ਕੀਤਾ। ਉਸ ਤੋਂ ਬਾਅਦ ਜੋ ਭਾਣਾ ਵਾਪਰਿਆ, ਸਰਬੱਤ ਖਾਲਸਾ ਹੋਇਆ ਪਹਿਲਾਂ, ਉਸ ਤੋਂ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉਹਨੇ ਇੱਕ ਨਿਸ਼ਾਨਾ ਮਿੱਥਿਆ ਵੀ ਆਹ ਡਾਇਰੈਕਸ਼ਨ ਮਤੇ ਪਾਸ ਕੀਤੇ, ਸਿੱਖਾ ਜਿਹੜੇ ਹੋਣਗੇ, ਇਹਦੀ ਪਹਿਰੇਦਾਰੀ ਪੰਥਕ ਕਮੇਟੀ ਕਰੂ, ਤਾਂ ਕਿ ਜੋ ਸਰਬੱਤ ਖਾਲਸਾ ਨੇ ਮਤੇ ਪਾਸ ਕੀਤੇ ਨੇ ਉਹਨਾਂ ਤੋਂ ਕੋਈ ਥਿੜਕ ਨਾ ਜਾਵੇ। ਤੇ ਉਹ ਕਮੇਟੀ ਹੈ ਜੀ, ਜਿਹਨੂੰ ਅਧਿਕਾਰ ਹੀ ਨਹੀਂ ਸੀ ਕਰਨ ਦਾ। 5 ਬੰਦੇ ਐਲਾਨ ਕਰਕੇ ਖਾਲਿਸਤਾਨ ਦਾ ਤੁਰਦੇ ਬਣੇ, ਤੇ ਸਿੱਖਾਂ ਦੇ ਕਿਸੇ ਨੇ ਖਾਲਿਸਤਾਨ ਆਪਣੇ ਗਲ 'ਚ ਪਾ ਲਿਆ। ਕਿੱਥੋਂ ਸਿੱਖਾਂ ਨੂੰ ਪ੍ਰਵਾਨਗੀ ਦਿੱਤੀ ਆ? ਨਾ ਕਿਸੇ ਸੰਸਥਾ ਨੇ ਦਿੱਤੀ ਆ, ਨਾ ਕਿਸੇ ਸਰਬੱਤ ਖਾਲਸੇ ਨੇ ਦਿੱਤੀ ਆ। ਇੱਕ ਸਿੱਖਾਂ ਦਾ ਨਿਸ਼ਾਨਾ ਕਿਸੇ ਹੋਰ ਨੇ ਤੈਅ ਕਰਤਾ, ਸਿੱਖਾਂ ਨੇ ਕੀਤੇ ਨਹੀਂ। ਦੂਜਾ, ਜਿਹੜੇ ਸਿਮਰਨਜੀਤ ਸਿੰਘ ਮਾਨ ਸੀ, ਵਾਗਡੋਰ ਹੱਥ 'ਚ ਆ ਗਈ ਨਾ, ਸਾਰਾ ਕੁਝ ਉਹਨਾਂ ਦੇ ਹੱਥ 'ਚ ਆ ਗਿਆ। ਆ ਕੇ ਮੁੜ ਕੇ ਕਿਰਪਾਨ ਤੇ ਆ ਕੇ ਗੱਲ ਖੜ ਗਈ। ਉਹ ਵੀ ਤੁਸੀਂ ਛੱਡ ਦਿਓ, ਜਦੋਂ ਚੋਣਾਂ ਦਾ ਮਸਲਾ ਆ, ਬਾਈਕਾਟ ਤੇ ਆ ਕੇ ਗੱਲ ਖੜ ਗਈ। ਤੇ ਕੀ ਪੰਜਾਬ ਨੂੰ ਭੁਗਤਣਾ ਪਿਆ? ਜਦੋਂ ਫਿਰ ਜਿਹੜੀ ਅਕਾਲੀ ਲੀਡਰਸ਼ਿਪ ਆ, ਜਿਹਨੂੰ ਅੱਜ ਤੁਸੀਂ ਕਹਿੰਦੇ ਹੋ ਖੁਰਚਤੀ, ਇਹਨੇ ਨਿਸ਼ਾਨਾ ਹੀ ਬਦਲ ਲਿਆ। ਇਹਨੇ ਸਰਕਾਰ ਬਣਾਉਣ ਤੇ ਚਲਾਉਣ ਵਾਲੇ ਰਾਹ ਪੈ ਗਏ। ਉਹ ਮੰਗਾਂ ਵੀ ਵਿਸਰ ਗਈਆਂ। ਲੌਂਗੋਵਾਲ ਸਮਝੌਤਾ ਵੀ ਤੁਸੀਂ ਛੱਡ ਦਿਓ, ਉਹਦੇ ਵਿੱਚ ਕੀ SYL ਰਹਿ ਗਈ ਨਾ ਇਕੱਲੇ ਸਮਝੌਤੇ ਚੋਂ, ਬਾਕੀ ਸਮਝੌਤਾ ਕਿੱਥੇ ਉੱਡ ਗਿਆ? ਇਹ ਲੀਡਰਸ਼ਿਪ ਆ ਜਿਹੜੀ ਅੱਜ ਦੀ ਲੀਡਰਸ਼ਿਪ ਆ, ਇਹਨੇ 1996 ਚ ਤਲਾਂਜਲੀ ਦਿੱਤੀ ਸੀ ਪੰਥਕ ਸਿਧਾਂਤਾਂ ਨੂੰ। ਸਿੱਖ ਪੰਜਾਬੀ ਪਾਰਟੀ ਬਣਾਉਣਾ ਕੋਈ ਗੁਨਾਹ ਨਹੀਂ। ਪੰਥਕ ਪਾਰਟੀ ਤੇ ਪੰਜਾਬੀ ਪਾਰਟੀ ਦਾ ਕੋਈ ਟਕਰਾਅ ਹੈ ਨਹੀਂ। ਕੀ ਸਿੱਖ ਪੰਜਾਬ ਦੇ ਹਿੱਤਾਂ ਲਈ ਲੜਦੇ ਨੇ, ਉਹ ਪੰਜਾਬੀ ਦੇ ਹਿੱਤਾਂ ਲਈ ਨਹੀਂ। ਤੇ ਬਹੁਤੇ ਵਿਦਵਾਨ ਤਾਂ ਕਹਿੰਦੇ ਪੰਜਾਬੀ ਪਾਰਟੀ ਬਣਾ ਕੇ ਹੀ ਅਸੀਂ ਆਪਦੇ ਹੱਕ ਹੈ, ਆਪਦੇ ਹਿੱਤ ਹੈ, ਉਹ ਅਸੀਂ ਕੇਂਦਰ ਨੂੰ ਦੇਤੇ, ਦਿੱਲੀ ਨੂੰ ਦੇਤੇ। ਨਹੀਂ, ਜਦੋਂ ਤੁਸੀਂ ਸੇਧ ਬਦਲ ਲਈ, ਪੰਜਾਬੀ ਪਾਰਟੀ ਬਣਾਉਣ ਨਾਲ ਫਰਕ ਨਹੀਂ। ਇਹ ਤਾਂ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦੀ ਤਾਂ ਪੰਜਾਬੀ ਪਾਰਟੀ ਬਣ ਜੇ, ਸ਼੍ਰੋਮਣੀ ਅਕਾਲੀ ਦਲ ਪੰਜਾਬ ਬਣ ਜੇ। ਨੌਂ ਆ ਜਿਹੜਾ ਤੁਸੀਂ ਸਿਧਾਂਤ ਕੀ ਨੇ ਤੁਹਾਡੇ ਪਿੱਛੇ, ਤੁਹਾਡਾ ਮੰਤਵ ਕੀ ਆ, ਉਹ ਗਾਈਡ ਕਰਦਾ। ਇਹਨਾਂ ਨੇ ਕੀ ਕੀਤਾ? 96 ਚ ਬਸਪਾ ਨਾਲ ਸਾਂਝ ਪਾ ਕੇ ਚੋਣਾਂ ਜਿੱਤੀਆਂ। 97 ਦੇ ਵਿੱਚ ਜਦੋਂ ਵਾਜਪਾਈ ਸਰਕਾਰ ਨਾ 97 ਦੇ ਵਿੱਚ ਜਦੋਂ ਵਾਜਪਾਈ ਸਰਕਾਰ ਨੂੰ ਇੱਕ ਧਿਰ ਦੀ ਲੋੜ ਸੀ, ਬਸਪਾ ਨਾਲ ਇੱਕ ਤਰਫਾ ਸਾਂਝ ਤੋੜ ਕੇ ਬਿਨਾਂ ਸ਼ਰਤ ਹਮਾਇਤ ਦੇਤੀ। ਹਮਾਇਤ ਇਹ ਦੇਤੀ, ਤੁਸੀਂ ਰਾਜ ਕਰੋ, ਅਸੀਂ ਤੁਹਾਡਾ ਸਾਥ ਦੇਵਾਂਗੇ। ਪੰਜਾਬ 'ਚ ਅਸੀਂ ਤੁਹਾਡੇ 'ਚ ਦਖਲ ਨਹੀਂ ਦਿੰਦੇ, ਤੁਸੀਂ ਸਾਡੇ 'ਚ ਦਖਲ ਲੈਂਦੇ ਹੋ। ਨਿਸ਼ਾਨਾ ਕੀ ਮਿਥ ਲਿਆ? ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਏ। ਤੇ ਇਹਨਾਂ ਸਮਿਆਂ 'ਚ ਫਿਰ ਮਾਇਆਧਾਰੀ ਧਨ ਕੁਬੇਰ ਕੌਣ ਬਣੇ ਨੇ? ਅੰਤ ਕਿੱਥੇ ਹੋਇਆ ਆਨੰਦਪੁਰ ਦੇ ਮਤੇ ਲਈ ਲੜਨ ਵਾਲਿਆਂ ਦਾ? ਜੰਮੂ ਕਸ਼ਮੀਰ ਵਰਗੇ ਹੱਕ ਮੰਗਦੇ ਸੀ ਨਾ, 4 ਮਹਿਕਮੇ ਸੈਂਟਰ ਕੋਲੇ, ਬਾਕੀ ਸੂਬਿਆਂ ਦੇ। ਧਾਰਾ 370 ਤੇ ਖਤਮ ਕਰਨ ਤੇ ਨਹੀਂ ਸਹੀ ਪਾਈ, ਰਾਜ ਦੀ ਹੋਂਦ ਖਤਮ ਕਰਨ ਤੇ ਸਹੀ ਪਾ ਕੇ। ਉਹ ਸਿਆਸਤ ਆ ਜਿਹੜੀ ਦਾ ਨਾ ਪੰਥ ਨਾਲ ਸੰਬੰਧ ਆ, ਨਾ ਪੰਜਾਬ ਨਾਲ ਆ, ਜਿਹੜੀ ਨਿੱਜੀ ਸਵਾਰਥਾਂ ਨਾਲ ਜੁੜੀ ਹੋਈ ਆ, ਜਿਹਨੇ ਧਰਮ ਦਾ ਵਪਾਰੀਕਰਨ ਕਰਤਾ, ਅਕਾਲੀ ਦਲ ਦਾ ਸਰਕਾਰੀਕਰਨ ਕਰਤਾ। ਉਹਦਾ ਅੰਤ ਹੀ ਹੋਇਆ ਨਾ ਜੀ। ਇਹਨਾਂ ਨੇ ਕੋਈ ਸਿੱਖੀ ਸਿਧਾਂਤ, ਅਕਾਲੀ ਦਲ ਦੇ ਸਿਧਾਂਤ, ਇਹ ਤਾਂ ਅੱਗੇ ਤੋਰੇ ਨਹੀਂ। ਹੁਣ ਤੁਸੀਂ ਦੇਖ ਲਓ, ਝੁੰਦਾ ਕਮੇਟੀ ਬਣਾਈ ਸੀ ਵੀ ਪਤਾ ਕਰੀਏ ਯਾਰ ਕਾਰਨ ਕੀ ਨੇ। ਝੁੰਦਾ ਕਮੇਟੀ ਇਹ ਭੁੱਲ ਗਈ ਵੀ ਇਹ ਬਾਦਲ ਦੀ ਪਰਿਵਾਰਕ ਪਾਰਟੀ ਆ, ਆਪਾਂ ਉਸ ਘੇਰੇ 'ਚ ਰਹਿ ਕੇ ਜਾਂਚ ਕਰਨੀ ਆ। ਉਹ ਐਂ ਪੁੱਛਣ ਲੱਗੇ ਲੋਕਾਂ ਨੂੰ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੀ ਆ, ਕਿਵੇਂ ਹੋਂਦ 'ਚ ਆਇਆ, ਕੀ ਘਾਟਾਂ ਆ ਗਈਆਂ, ਕਮਜ਼ੋਰੀਆਂ ਆ ਗਈਆਂ।
ਜਦੋਂ ਇਹ ਰਿਪੋਰਟ ਸਾਹਮਣੇ ਆਈ ਬਾਦਲ ਪਰਿਵਾਰ ਦਿਲ ਗਿਆ ਵੀ ਆਹ ਕੀ ਆ, ਇਹ ਕੀ ਸਿਫਾਰਿਸ਼ਾਂ ਕਰਦੇ ਨੇ, ਇਹ ਤਾਂ ਅਕਾਲੀ ਦਲ ਦੀਆਂ ਗੱਲਾਂ ਕਰਦੇ ਨੇ, ਗੱਲ ਆ ਬਾਦਲ ਤੇ ਕਿੱਥੇ ਗਈ ਝੁੰਦਾ ਕਮੇਟੀ। ਨਹੀਂ ਫਿਰ ਮੈਨੂੰ ਇਹ ਦੱਸੋ ਨਾ, ਇਹ ਦੋ ਜਿਹੜੇ ਲੀਡਰ ਹੈਗੇ ਆ, ਤੁਸੀਂ ਉਹਨਾਂ ਨੂੰ ਨਕਾਰਦੇ ਪਏ ਹੋ, ਤੁਸੀਂ ਫਿਰ ਕਹਿੰਦੇ ਹੋ ਕਿ ਲੋਕਾਂ ਨੇ ਨਕਾਰਤਾ, ਮੈਂ ਕੌਣ ਹੁਣਾ ਨਕਾਰਨ ਵਾਲਾ। ਮੇਰਾ ਸਵਾਲ ਸੁਣੋ ਮਾਲੀ ਸਾਹਿਬ, ਫਿਰ ਇਹਨਾਂ ਦਾ ਬਦਲ ਕੀ ਹੈ? ਕੋਈ ਹੈ ਹੋਰ ਲੀਡਰ ਜਿਹੜਾ ਇਸ ਕੌਮ ਨੂੰ ਡਾਇਰੈਕਸ਼ਨ ਵਿੱਚ ਲਿਆ, ਜਿਹਨੂੰ ਤੁਸੀਂ ਡਾਇਰੈਕਸ਼ਨ ਲੈਸ ਦੱਸਦੇ ਪਏ ਹੋ? ਬਾਦਲ ਉਦੋਂ ਤੱਕ ਉੱਭਰਦਾ ਨਹੀਂ ਜਦੋਂ ਤੱਕ ਜਿਹੜਾ ਵਿਚਾਰਕ ਧੁੰਦਲਕਾ ਉਹ ਦੂਰ ਨਹੀਂ ਹੁੰਦਾ। ਜਿਹੜੀ ਆਪਾਂ ਪਹਿਲਾਂ ਸੰਵਾਦ ਦੀ ਗੱਲ ਕੀਤੀ ਹੈ ਨਾ, ਪਾਰਟੀ ਦੇ ਅੰਦਰ ਸੰਵਾਦ ਨਹੀਂ, ਪਾਰਟੀ 'ਚ ਕੋਈ ਕਮੇਟੀ ਰਿਪੋਰਟ ਲਿਆਉਂਦੀ ਆ ਉਹ ਤੇ ਸੰਵਾਦ ਨਹੀਂ, ਉਹ ਲੋਕਾਂ ਨੂੰ ਨਹੀਂ ਦੱਸਿਆ ਜਾਂਦਾ। ਤੁਸੀਂ ਜਦੋਂ ਪੰਜਾਬ ਦੀ ਦਿਸ਼ਾ ਕੀ ਹੋਵੇ, ਪੰਜਾਬ ਦੀ ਦਸ਼ਾ ਜਿਹੜੀ ਉਹ ਤਾਂ ਤੁਹਾਨੂੰ ਪਤਾ ਨਾ ਉੱਜੜ ਰਿਹਾ ਪੰਜਾਬ, ਇਹ ਤੋਂ ਬਚਣ ਲਈ ਦਿਸ਼ਾ ਕੀ ਹੋਵੇ, ਜਦੋਂ ਤੱਕ ਇਹ ਤੇ ਸੰਵਾਦ ਨਹੀਂ ਹੁੰਦਾ। ਸਿਆਸੀ ਪਾਰਟੀਆਂ ਪੰਜਾਬ ਵਾਲੀਆਂ ਜਾਂ ਜਿਹੜੀਆਂ ਹੋਰ ਵੀ ਪਾਰਟੀਆਂ ਨੇ ਪੰਜਾਬ ਦੇ ਅੰਦਰ ਕਿਹੋ, ਜੇ ਸਾਰੀਆਂ ਪਾਰਟੀਆਂ ਰਗੜੀਆਂ ਗਈਆਂ, ਇਹਦਾ ਮਤਲਬ ਆ ਪੰਜਾਬ ਦੇ ਵਿੱਚ ਪ੍ਰਚਲਿਤ ਸਿਆਸਤ ਜਿਹੜੀ ਹੁਣ ਤੱਕ ਚੱਲ ਰਹੀ ਆ ਉਹ ਦੋਸ਼ੀ ਆ, ਜ਼ਿੰਮੇਵਾਰ ਆ, ਉਹ ਹਾਰ ਗਈ। ਇਹਦੇ ਵਿੱਚ ਨਵੀਂ ਸਿਆਸਤ ਦੀ ਲੋੜ ਆ, ਨਵੀਆਂ ਨੀਤੀਆਂ ਦੀ ਲੋੜ ਆ, ਨਵੀਆਂ ਪਾਲਸੀਆਂ ਦੀ ਲੋੜ ਆ, ਨਵੀਂ ਕਾਰਜਸ਼ੈਲੀ ਦੀ ਲੋੜ ਆ। ਜਦੋਂ ਤੱਕ ਇਸ ਏਜੰਡੇ ਨੂੰ ਸੰਬੋਧਿਤ ਨਹੀਂ ਤੁਸੀਂ ਹੁੰਦੇ, ਗੁਰਬਾਣੀ ਦੇ ਵਿੱਚ ਇਹੀ ਕਿਹਾ ਨਾ ਜੀ, ਗੁਰਮੁਖ ਬੈਠੇ ਸਭਾ ਵਸਾਈ ਹੋਏ ਇਕੱਤਰ ਮਿਲੋ ਮੇਰੇ ਭਾਈ। ਲੈਨਨ ਕੀ ਕਹਿੰਦਾ, ਮਾਰਕਸਵਾਦੀ ਹੈ ਨਾ, ਕਹਿੰਦਾ ਜਦੋਂ ਵਿਚਾਰਾਂ ਦਾ ਧੁੰਦਲਕਾ ਪੈਦਾ ਹੋ ਜੇ ਉਦੋਂ ਜਿਹੜੀ ਜਮਾਤੀ ਲੜਾਈ ਆ ਉਹ ਵਿਚਾਰਾਂ ਦੇ ਖੇਤਰ 'ਚ ਆ ਜਾਂਦੀ ਆ। ਸਹੀ ਵਿਚਾਰਾਂ ਦੀ ਰੋਸ਼ਨੀ ਬਿਨਾ ਅਮਲ ਹਨੇਰੇ 'ਚ ਟੱਕਰਾਂ ਮਾਰਨਾ ਹੁੰਦਾ। ਪੰਜਾਬ ਨਾ ਉਖੜ ਗਿਆ ਪੈਰੋਂ। ਪੰਜਾਬ ਜਿਵੇਂ ਸ਼ਿਕਾਰੀ ਸ਼ਿਕਾਰ ਨੂੰ ਉਠਾ ਲੈਂਦਾ ਨਾ, ਫਿਰ ਮਰਜ਼ੀ ਨਾਲ ਹੁੰਦਾ ਵੀ ਇਹਨੂੰ ਕਿੰਨਾ ਭਜਾਉਣਾ, ਕਿੱਧਰ ਲੈ ਕੇ ਜਾਣਾ, ਕਿੱਥੇ ਨੂੰ ਮਾਰਨਾ। ਹੁਣ ਪੰਜਾਬ ਉਖੜਿਆ ਹੋਇਆ ਪੈਰੋਂ, ਆਪ ਦਾ ਆਪ ਛਿੱਲ ਰਿਹਾ। ਪੰਜਾਬ ਹੁਣ ਬਾਗੀ ਆ। ਪੰਜਾਬ ਸਹੀ ਸੇਧ ਧਾਰਨ ਕਰਨ ਦੀ ਥਾਂ ਜਿਹੜਾ ਗਲਤ ਆ ਉਹਨੂੰ ਸਬਕ ਸਿਖਾਉਣ ਦੇ ਰੌਂਤ ਤੇ ਆਇਆ ਹੋਇਆ। ਆ ਦੇਖ ਲਓ ਸੰਗਰੂਰ 'ਚ ਸਿਖਾਤਾ ਨਾ ਉਹਨਾਂ ਨੇ, ਸਭ ਬੰਦੇ ਬਣ ਜਾਓ। ਚਲੋ ਇੱਕ ਹੋਰ ਛੋਟਾ ਵਕਫਾ ਲਵਾਂਗਾ, ਵਕਤ ਤੋਂ ਵਾਪਸ ਆਵਾਂ ਕੇ ਮਾਲੀ ਸਾਹਿਬ ਹੁਣ ਵੀ ਬੜੀਆਂ ਸਿੱਧੀਆਂ ਗੱਲਾਂ ਕਰਦੇ ਪਏ ਆ, ਕਹਿੰਦੇ ਸੰਵਾਦ ਰਚਾਉਣਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਸੰਵਾਦ ਦੀ ਗੱਲ ਕੀਤੀ ਸੀ, ਸੰਵਾਦ ਗੋਸ਼ਟੀਆਂ ਦੀ ਗੱਲ ਕੀਤੀ ਸੀ। ਇਹ ਸੰਵਾਦ ਹੈ ਜਿਹੜਾ ਉਹ ਕਿਵੇਂ ਹੋਊਗਾ, ਕਿਵੇਂ ਸਾਰੀਆਂ ਧਿਰਾਂ ਇੱਕ ਮੰਚ ਤੇ ਇਕੱਠੀਆਂ ਹੋਣਗੀਆਂ? ਕਿਉਂਕਿ ਜਦੋਂ ਸਭ ਤੋਂ ਉੱਪਰ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਹੈ, ਸਰਵਉੱਚ ਹੈ, ਉੱਥੋਂ ਜਥੇਦਾਰ ਜਦੋਂ ਇਹ ਕਹਿੰਦੇ ਆ ਕਿ ਤੁਸੀਂ ਸਾਰੇ ਇਕੱਠੇ ਹੋਵੋ, ਉਦੋਂ ਇਕੱਠੇ ਨਹੀਂ ਹੋਇਆ ਜਾਂਦਾ। ਤੇ ਮਾਲੀ ਸਾਹਿਬ ਕਹਿੰਦੇ ਇਕੱਠੇ ਹੋ ਕੇ ਸੰਵਾਦ ਹੋ ਜਾਵੇ ਤਾਂ ਫਿਰ ਬਿਹਤਰੀ ਹੋ ਸਕਦੀ ਕੌਮ ਲਈ। ਸਵਾਲ ਇਹ ਹੈ, ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਮਾਲੀ ਸਾਹਿਬ, ਤੁਸੀਂ ਸੰਵਾਦ ਦੀ ਗੱਲ ਕਰਦੇ ਪਏ ਹੋ। ਜਦੋਂ DSGMC ਇੱਥੇ ਆ ਕੇ ਧਰਮ ਪ੍ਰਚਾਰ ਦੀ ਗੱਲ ਕਰਦੇ ਆ, ਉਦੋਂ ਸੰਵਾਦ ਨਹੀਂ ਹੁੰਦਾਗਾ। ਜੋ ਜਥੇਦਾਰ ਸਾਹਿਬ ਕਹਿੰਦੇ ਆ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਨਿਸ਼ਾਨਾ ਮਿੱਥੋ, ਉਦੋਂ ਸੰਵਾਦ ਤੋਂ ਦੂਰ ਹੁੰਦੇ ਆ। ਸੰਵਾਦ ਹੁੰਦਾ ਪਰ ਉਹ ਸੰਵਾਦ ਆ ਜਿਹੜਾ ਸਿਰਫ ਦਿਖਾਵੇ ਵਾਲਾ ਹੁੰਦਾ, ਫੋਟੋ ਸੈਸ਼ਨ ਤੱਕ। ਫਿਰ ਕਿੰਦੀ ਗੱਲ ਮੰਨੂਗੀ ਕੌਮ ਜਿੱਥੇ ਸੰਵਾਦ ਹੋਵੇ? ਨਹੀਂ, ਸੰਵਾਦ ਹੋਵੇ ਕੀ? ਹਾਂ ਦੇਖੋ, ਸਿੱਖ ਇਤਿਹਾਸ ਦੱਸਦਾ, ਪੰਜਾਬ ਦਾ ਇਤਿਹਾਸ ਦੱਸਦਾ, 13 ਮਿਸਲਾਂ ਨੇ, ਆਪਸ 'ਚ ਲੜਦੀਆਂ ਨੇ, ਕਬਜ਼ੇ ਹੋ ਰਹੇ ਨੇ, ਕਿੰਨੇ ਮਤਭੇਦ ਨੇ। ਜਦੋਂ ਵੱਡਾ ਸੰਕਟ ਹੁੰਦਾ ਦਰਬਾਰ ਸਾਹਿਬ ਇਕੱਠੇ ਹੋ ਜਾਂਦੇ ਨੇ। ਇਕੱਠੇ ਹੁੰਦੇ ਨੇ ਕਿ ਆਪਦੀ ਮਤ ਬਾਹਰ, ਮਨ ਮਤ ਬਾਹਰ ਛੱਡੇ ਆਉਂਦੇ ਨੇ, ਇਕੱਠੇ ਹੁੰਦੇ ਨੇ ਵੀ ਗੁਰਮਤ ਦੇ ਅਨੁਸਾਰ ਸਾਨੂੰ ਕਰਨਾ ਕੀ ਚਾਹੀਦਾ। ਗੁਰਮਤਾ, ਹਾਂ ਠੀਕ ਹੈ, ਜਿਹਨੂੰ ਗੁਰਮਤਾ ਕਿਹਾ ਜਾਂਦਾ। ਜਦੋਂ ਉਹ ਕਰਦੇ ਨੇ, ਉਹ ਗੁਰੂ ਦਾ ਭੈ ਹੁੰਦਾ ਉਹਨਾਂ ਨੂੰ, ਨਿਰਮਲ ਭੈ, ਕਿਸੇ ਦੁਨਿਆਵੀ ਸੱਤਾ ਦਾ ਭੈ ਨਹੀਂ, ਕੋਈ ਦੁਨਿਆਵੀ ਸੱਤਾ ਦਾ ਲਾਲਚ ਨਹੀਂ। ਸੁਰਤੀਆਂ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨਾਲ ਜੋੜ ਕੇ ਸਾਨੂੰ ਕਿਹਾ ਕੀ ਗਿਆ, ਅਸੀਂ ਕਰਨਾ ਕੀ ਹੈ, ਇੱਥੇ ਸਾਡਾ ਰੋਲ ਕੀ ਬਣਦਾ। ਉਹ ਜਦੋਂ ਸਾਂਝੇ ਵਿਚਾਰ ਨਿਤਾਰਦੇ ਨੇ, ਅਸਹਿਮਤੀ ਵੀ ਵਿੱਚ ਹੁੰਦੀ ਹੈ ਪਰ ਇੱਕ ਸਰਬ ਸਹਿਮਤੀ ਬਣ ਜਾਂਦੀ ਹੈ। ਹੁਣ ਜਿਹੜਾ ਸੰਵਾਦ ਆ ਉਹ ਗੁਰ ਆਸ਼ੇ ਅਨੁਸਾਰ ਸੰਵਾਦ ਰਚਾਉਣ ਦੀ ਥਾਂ ਸੱਤਾ ਦੇ ਕੇਂਦਰਾਂ ਦੇ ਆਪਦੇ ਸੱਤਾ ਦੇ ਵਿਚਾਰਾਂ ਨੂੰ ਅੱਗਾ ਤੋਰਨ ਲਈ ਉਹਦੇ ਅਨੁਸਾਰ ਸੰਵਾਦ ਨੂੰ ਢਾਲਿਆ ਜਾਂਦਾ। ਪੰਜਾਬ 'ਚ ਕੀ ਸੀ ਜੀ, ਤੁਸੀਂ ਦੇਖੋ, ਸਾਡੇ ਹੁਣ ਦੇਖਣ ਦੀ ਗੱਲ ਆ ਨਾ ਜੀ। ਸਿੱਖ ਜਗਤ ਦੇ ਵਿੱਚ ਸੱਤਾ ਦੇ 4 ਕੇਂਦਰ ਸੀ। ਸ਼੍ਰੀ ਅਕਾਲ ਤਖਤ ਸਾਹਿਬ ਨਾਲ ਤਖਤ ਸਾਹਿਬਾਨ, ਫਿਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਸਿੱਖਾਂ ਦੀ ਆਵਾਜ਼, ਜਿਹਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਸੀ, ਫਿਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹਦੇ ਇੱਕ ਨਿਸ਼ਾਨੇ ਮਿੱਥੇ ਹੋਏ ਸੀ ਵੀ ਇਹਨੇ ਗੁਰਮਤ ਦਾ ਪ੍ਰਚਾਰ ਕਰਨਾ, ਮਨਮਤ ਦਾ ਪ੍ਰਹਾਰ ਕਰਨਾ। ਇਹੋ ਜਿਹੇ ਹੋਣਗੇ ਅਕਾਲੀ ਦਲ 'ਚ ਇਹੋ ਜਿਹਾ ਕੁਝ ਹੋਊਗਾ। ਫਿਰ ਜੇ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ। ਇਹ ਜਿਹੜੇ ਸੱਤਾ ਦੇ 4 ਕੇਂਦਰ ਸੀ, ਆਪੋ ਆਪਣੀ ਥਾਂ ਤੇ ਆਪਦਾ ਰੋਲ ਨਿਭਾਉਂਦੇ ਸੀ, ਇੱਕ ਸੰਤੁਲਨ ਜਿਹਾ ਬਣ ਜਾਂਦਾ ਸੀ। ਤੇ ਜਦੋਂ ਦੀ ਫਿਰ ਇਹਨਾਂ ਨੇ ਕਾਂਟਾ ਬਦਲਿਆ ਸੱਤਾ ਦਾ, ਸਾਰੇ 4 ਕੇਂਦਰ ਢਾਲ ਤੇ ਨਾ ਭੋਰ ਤੇ ਨਾ ਇੱਕ ਪਰਿਵਾਰ ਦੀ ਜੇਬ 'ਚ ਆ ਕੇ ਪੈ ਗਏ ਨਾ। ਜਥੇਦਾਰ ਕਿਸੇ ਸਿਆਸੀ ਲੋੜ ਖਾਤਰ ਮੁੱਖ ਮੰਤਰੀ ਦੇ ਦਰ ਤੇ ਜਾਂਦੇ ਹਨ,
ਉਹ ਕਹਿੰਦਾ ਐ ਕਰਨਾ ਪਊ, ਉੱਥੇ ਕੋਈ ਇੱਕ ਅੜਦਾ ਉਹ ਕਰ ਜਾਂਦੇ ਨੇ, ਜਿਹੜਾ ਅੜਦਾ ਉਹ ਫਿਰ ਵੀ ਦੱਸ ਦਿੰਦਾ ਸਾਤੋਂ ਐ ਕਰਾਇਆ। ਇਹ ਮਸਲਾ ਕਦੇ ਵਿਚਾਰਿਆ, ਕਦੇ ਹੱਲ ਕੀਤਾ? ਕੀ ਹੋਇਆ? ਸਿੱਖ ਸੰਸਥਾਵਾਂ ਤੇ ਸਿਆਸੀ ਜਕੜ ਪੰਜਾ। ਸਿਆਸਤ ਦੀ ਆਪਣੀ ਲੋੜ ਆ, ਸਿਆਸਤ ਫੈਸਲਾਕੁਨ ਹੁੰਦੀ ਆ, ਸਿਆਸਤ ਬਹੁਤ ਵਧੀਆ ਚੀਜ਼ ਆ, ਪਵਿੱਤਰ ਚੀਜ਼ ਆ, ਜਦੋਂ ਇਹ ਸਰਬੱਤ ਦੇ ਭਲੇ ਲਈ ਹੋਵੇ, ਮਨੁੱਖਤਾ ਦੇ ਭਲੇ ਲਈ ਹੋਵੇ, ਸਮਾਜ ਦੇ ਭਲੇ ਲਈ ਹੋਵੇ, ਪੰਜਾਬ ਦੇ ਭਲੇ ਲਈ ਹੋਵੇ, ਦੁਨੀਆ ਦੇ ਭਲੇ ਲਈ ਹੋਵੇ। ਸਿਆਸਤ ਇਸ ਨਜ਼ਰੀਏ ਤੋਂ ਬਹੁਤ ਵਧੀਆ ਚੀਜ਼ ਆ। ਜਦੋਂ ਸਿਆਸਤ ਮਾਇਆ ਕਮਾਉਣ ਲਈ ਹੋ ਜੇ, ਸੱਤਾ ਉਹਦੇ ਖਾਤਰ ਹੋ ਜੇ, ਫਿਰ ਇਹ ਸਿਆਸਤ ਨੇ, ਇਹ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ, ਇਹ ਤੇ ਜਕੜ ਪੰਜਾ ਕਾਇਮ ਕਰ ਲਿਆ। ਇਹਨਾਂ ਦੀਆਂ ਵਿਰੋਧੀ ਧਿਰਾਂ ਵੀ ਨੇ ਜਿਹੜੀਆਂ, ਉਹ ਵੀ ਇਹਨਾਂ ਦੇ ਪਾਲੇ 'ਚ ਜਾ ਕੇ ਲੜਦੀਆਂ ਨੇ। ਉਹ ਇਹ ਨਹੀਂ ਕਹਿੰਦੀਆਂ ਵੀ ਇਹ ਸੰਸਥਾਵਾਂ ਦੀ ਜਿਹੜੀ ਦਿਸ਼ਾ ਤੇ ਕਾਰਜਸ਼ੈਲੀ ਬਦਲਤੀ। ਜੇ ਧਰਮ ਪ੍ਰਚਾਰ ਦਾ ਹੀ ਵਪਾਰ ਹੋਣ ਲੱਗ ਗਿਆ, ਇੱਕ ਟੀਵੀ ਨੂੰ ਤੁਸੀਂ ਹੱਕ ਦੇਤੇ, ਜਥੇਦਾਰ ਨੇ ਕਹਿਤਾ 7 ਦਿਨਾਂ 'ਚ ਐਂ ਕਰ ਦੋ, 6 ਮਹੀਨਿਆਂ 'ਚ ਅਸੀਂ ਐਂ ਕਰ ਦਾਂਗੇ। ਜਦੋਂ ਘੁਰਕੀ ਪਈ, ਹੋਇਆ ਕੁਛ? ਕੀ ਸੱਟਾ ਕੀ ਨਿਕਲਿਆ ਸਾਰੇ ਕਾਸੇ ਦਾ? ਜਥੇਦਾਰ ਕਹਿੰਦਾ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਚੋਣ ਲੜਨੀ ਆ, ਨਹੀਂ ਲੜੀ ਗਈ। ਫਿਰ ਕਹਿੰਦਾ ਉਹਨਾਂ ਦੇ ਪਰਿਵਾਰਾਂ 'ਚੋਂ ਖੜੋ ਕੀਤੋ, ਕੀ ਸੱਟਾ ਹੋਇਆ? ਜਿਹਦਾ ਮਤਲਬ ਜਿਹੜੀਆਂ ਸਿੱਖ ਸੰਸਥਾਵਾਂ ਨੇ, ਉਹ ਗੁਰੂ ਆਸ਼ੇ ਦੇ ਅਨੁਸਾਰ ਸੋਚਣ ਵਿਚਾਰਨ ਦੀ ਥਾਂ, ਸਰਬੱਤ ਦੇ ਭਲੇ ਲਈ ਲੜਨ ਦੀ ਥਾਂ, ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ, ਉਹਦੀ ਥਾਂ ਕਿਸੇ ਪਰਿਵਾਰ, ਕਿਸੇ ਸਿਆਸਤ ਦੀ ਭਲਾਈ ਲਈ ਆ। ਦਿੱਲੀ ਕਮੇਟੀ ਹੁਣ ਭਾਜਪਾ ਨੇ ਉੜੰਗ ਲਈ ਨਾ, ਹੁਣ ਉਹਨੇ ਭਾਜਪਾ ਦੀਆਂ ਲੋੜਾਂ ਪੂਰੀਆਂ ਕਰਨੀਆਂ ਨੇ, ਉਹਨੇ ਸਾਰਾ ਕੰਮ ਉਹਦੇ ਹਿਸਾਬ ਨਾਲ ਸ਼ੁਰੂ ਕਰਨਾ। ਸ਼੍ਰੋਮਣੀ ਅਕਾਲੀ ਦਲ ਬਣਾਤਾ ਵੀ ਸਾਡਾ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਵੀ ਕਹਿਤਾ ਇਹਨੂੰ, ਪਰ ਜਿੰਨੇ ਸਾਰੇ ਸੂਬਿਆਂ ਦੇ ਸਿੱਖ ਸੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਘੇਰੇ 'ਚ ਵੀ ਰੱਖਿਆ, ਪਰ ਉਹਦੀ ਬਲੀ ਦਿੱਤੀ ਗਈ ਪੰਜਾਬ ਦੇ ਵਿੱਚ ਇੱਕ ਸਿਆਸੀ ਪਾਰਟੀ ਦੇ ਹਿੱਤ ਕਿਵੇਂ ਬਿਹਤਰ ਹੁੰਦੇ ਨੇ। ਕਿਤੇ ਚਟਾਲਿਆਂ ਨੂੰ ਲੁਟਾਤੇ, ਕਿਤੇ ਕਿਸੇ ਨੂੰ ਕਹਿਤਾ, ਕਿਸੇ ਨੂੰ ਕਿਤੇ। ਦਿੱਲੀ ਦੇ ਵਿੱਚ ਚੈਲੰਜ ਕੀਤਾ ਸਰਨੇ ਨੇ, ਇੱਕ ਵਾਰ ਉਹਨੇ ਚੈਲੰਜ ਉਖਾੜਤਾ ਸੀ ਨਾ, ਕਰ ਲਏ ਸੀ ਸਾਰੇ ਕਾਹੇ ਤੇ ਕਬਜ਼ਾ। ਸੋ ਇਸ ਕਰਕੇ ਇਹ ਜਿਹੜਾ ਜਥੇਬੰਦੀ ਵੀ ਕਿਵੇਂ ਉਸਾਰਨੀ ਆ, ਮੈਂ ਕਹਿੰਦਾ ਚਾਹੇ ਗੱਲ ਥੋੜੀ ਜਿਹੀ ਹਟਵੀਂ ਆ। ਸ਼੍ਰੋਮਣੀ ਕਮੇਟੀ ਦੀ ਹੁਣ ਇਹ ਕਹਿੰਦੇ ਨੇ ਜੀ ਚੋਣਾਂ ਨਹੀਂ ਹੁੰਦੀਆਂ, ਕੇਂਦਰ ਦੇ ਹੱਥ ਆ। ਆਪਣੀ ਦਾੜੀ ਕੇਂਦਰ ਦੇ ਹੱਥ ਕਿਹਨੇ ਫੜਾਈ ਹੋਈ ਆ? ਅਸੀਂ ਜਿਹੜਾ 1966 ਦਾ ਰੀਆਰਗੇਨਾਈਜੇਸ਼ਨ ਐਕਟ ਆ, ਉਹ ਅਧਿਕਾਰ ਦਿੰਦਾ ਪੰਜਾਬ ਆਪਦਾ ਸ਼੍ਰੋਮਣੀ ਕਮੇਟੀ ਐਕਟ ਬਣਾ ਸਕਦਾ, ਜਿਹਦੇ ਖਾਤਰ ਨਵਾਂ ਵੀ ਬਣਾ ਲੇ। ਜਿਹੜੇ ਕਹਿੰਦੇ ਨੇ ਅੰਗਰੇਜ਼ਾਂ ਵੇਲੇ ਬਣਾਇਆ, ਇੱਥੇ ਕੋਈ ਬੋਲਦਾ ਹੀ ਨਹੀਂ ਇਸ ਮੁੱਦੇ ਤੇ। ਮੈਂ ਤੁਹਾਨੂੰ ਇਹ ਕਹਿੰਦਾ, ਮੈਂ ਤੁਹਾਨੂੰ ਗੱਲ ਇਹ ਦੱਸਦਾ ਨਾ ਜੀ, ਆਪਾਂ ਕਹਿੰਦੇ ਅੰਗਰੇਜ਼ਾਂ ਨੇ ਬਣਾਇਆ ਸੀ, ਉਹ 'ਚ ਕਮੀਆਂ ਸੀ ਕੁਝ, ਆਪਦਾ ਨਵਾਂ ਐਕਟ ਬਣਾ ਲਓ। ਸਾਨੂੰ ਸੰਵਿਧਾਨ ਤੇ ਉਹ ਕਾਨੂੰਨ ਦਿੰਦਾ, ਅਸੀਂ ਨਹੀਂ ਉਹ ਬਣਾਉਂਦੇ। ਅਸੀਂ ਕਹਿੰਦੇ ਆ ਵੀ ਨਾਲ ਚੰਡੀਗੜ੍ਹ ਦੀ ਇੱਕ ਸੀਟ ਆ, ਹੁਣ ਬਾਅਦ ਚੱਕ ਕੇ ਦੇਖ ਲਓ ਨਾ, ਨਾਲ ਦੀ ਨਾਲ ਇੱਕੋ ਸ਼ਬਦ ਆਊਗਾ ਕਿ ਦਖਲਅੰਦਾਜ਼ੀ ਕਰਦੇ ਹੋ ਤੁਸੀਂ। ਨਹੀਂ ਦਖਲਅੰਦਾਜ਼ੀ ਕੀ ਆ ਜੀ? ਬਾਕੀ ਸਾਰੀ ਦੁਨੀਆ 'ਚ ਅੱਡ-ਅੱਡ ਕਮੇਟੀਆਂ ਨਹੀਂ। ਦਿੱਲੀ ਦੀ ਵੱਖਰੀ ਕਮੇਟੀ ਨਹੀਂ, ਹਜੂਰ ਸਾਹਿਬ ਦੀ ਵੱਖਰੀ ਕਮੇਟੀ ਨਹੀਂ, ਪਟਨਾ ਸਾਹਿਬ ਦੀ ਵੱਖਰੀ ਕਮੇਟੀ ਨਹੀਂ, ਜੰਮੂ ਕਸ਼ਮੀਰ ਦਾ ਵੱਖਰਾ ਬੋਰਡ ਨਹੀਂ, ਤੇ ਰਾਜਸਥਾਨ ਦਾ ਵੱਖਰਾ ਬੋਰਡ ਨਹੀਂ। ਜੇ ਹਰਿਆਣੇ ਦਾ ਵੱਖਰਾ ਬਣ ਗਿਆ। ਮੈਂ ਸਿੱਧਾ ਸਵਾਲ ਤੁਹਾਨੂੰ ਕਰਦਾ, ਇਹ ਸ਼੍ਰੋਮਣੀ ਅਕਾਲੀ ਦਲ ਦੇ 3 ਵਿਧਾਇਕ ਆ, ਇਹ ਆਵਾਜ਼ ਚੁੱਕ ਸਕਦੇ ਆ ਇਸ ਬਾਰੇ? ਨਹੀਂ, ਇਹਨਾਂ ਦੀ ਲੀਏ ਹੋਰ ਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਡ-ਅੱਡ ਆਵਾਜ਼ਾਂ ਹੋ ਕੇ ਮੁੜ ਕੇ ਜਦੋਂ ਇੱਕ ਦਬਕਾ ਮਾਰਿਆ, ਜਦੋਂ ਪਤਾ ਲੱਗ ਗਿਆ ਵੀ ਤੂੰ ਤਾਂ ਭੰਗ ਨਹੀਂ ਕਰ ਸਕਦਾ ਜਥੇਬੰਦਕ ਢਾਂਚਾ, ਫਿਰ ਕਹਿੰਦੇ ਨਹੀਂ ਜੀ ਵਰਕ ਕਮੇਟੀ ਨੇ ਭੰਗ ਕੀਤੀ। ਵਰਕ ਕਮੇਟੀ ਦੀ ਮੀਟਿੰਗ ਸੱਦ ਲਈ, ਸਾਰੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਸੁਖਬੀਰ ਬਾਦਲ ਦੀ ਅਗਵਾਈ 'ਚ ਉਹ ਪੂਰਨ ਸੰਪੂਰਨ ਵਿਸ਼ਵਾਸ ਪ੍ਰਗਟਾਉਣ ਲੱਗੇ। ਕਿਉਂਕਿ ਇਹ ਜਿਹੜਾ ਬਾਦਲਕਿਆਂ ਦਾ ਟੋਲਾ, ਇਹਨਾਂ ਨੇ ਹੁਣ ਤੱਕ ਜਿਹੜੀ ਲੀਹ ਤੇ ਬਾਦਲ ਕੇ ਚੱਲੇ, ਭਾਜਪਾ ਦੇ ਪਿੱਛੇ ਜਿਵੇਂ ਟਰੈਕਟਰ ਮਗਰ ਟਰਾਲੀ ਹੁੰਦੀ ਹੈ ਚੱਲੇ, ਕਿਸੇ ਨੇ ਆਵਾਜ਼ ਉਠਾਈ ਆ? ਨਹੀਂ, ਕਿਸੇ ਨੇ ਉਠਾਈ ਆ? ਚੰਦੂ ਮਾਜਰੇ ਨੇ ਉਠਾਈ ਆ? ਮਾਲੀ ਸਾਹਿਬ ਠੀਕ ਹੈ, ਤੁਸੀਂ ਅਕਾਲੀ ਦਲ ਨੂੰ ਜੋ ਮਰਜ਼ੀ ਕਰੋ, ਪਰ ਸਵਾਲ ਇਹ ਹੈ ਅਕਾਲੀ ਦਲ ਹੁਣ ਕਹਿੰਦਾ ਵੀ ਸਾਡੇ ਜਥੇਬੰਦਕ ਢਾਂਚੇ ਦੇ ਵਿੱਚ, ਸਾਡੀ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਢਾਲ ਲਾ ਰਹੀ ਹੈ ਉਹ ਆਰਐਸਐਸ ਲਾ ਰਹੀ ਹੈ ਜਾਂ ਬੀਜੇਪੀ ਲਾ ਰਹੀ ਹੈ? ਨਹੀਂ, ਜਦੋਂ ਉਹ ਤਾਂ ਤੁਹਾਡੇ ਵਿੱਚ ਬੈਠੀ ਆ। ਆਰਐਸਐਸ ਇੱਕ ਇਹੀ ਜਿਹੀ ਜਥੇਬੰਦੀ ਆ ਜਿਹਦੇ 60 ਆਲਣਿਆਂ ਚੰਡੇ ਰੱਖੇ ਹੋਏ ਨੇ। ਮੋਦੀ ਦੀ ਸਰਕਾਰ ਆਉਣ ਤੋਂ ਪਹਿਲਾਂ ਜਾਂ ਭਾਜਪਾ ਦੀਆਂ 2 ਤੋਂ 82 ਵੰਡ ਤੋਂ ਪਹਿਲਾਂ ਜਿਹੜੀ ਸਾਰੀ ਪੋਲਿਟਿਕਸ ਚੱਲੀ, ਤੁਹਾਨੂੰ ਲੱਗਦਾ ਉਹ 'ਚ ਆਰਐਸਐਸ ਦੀ ਚੱਲੀ ਨਹੀਂ? ਜਿਹੜੀ ਫਸਲ ਕਾਂਗਰਸ ਨੇ ਬੀਜੀ, ਆਰਐਸਐਸ ਤਾਂ ਕਾਂਗਰਸ ਦੇ ਵਿੱਚ ਬੈਠੀ ਆ। ਮਨੀ ਸ਼ੰਕਰ ਇੱਥੇ ਆਇਆ ਸੀ, ਜਦੋਂ ਉਹਨੇ ਇੱਕ ਸਵਾਲ ਉਠਾਇਆ ਜਾ ਕੇ ਪਾਕਿਸਤਾਨ ਦੇ ਵਿੱਚ, ਉਹਦੀ ਪਾਰਟੀ ਨਹੀਂ ਕੱਢਤਾ, ਉਹ ਆਪੇ ਕਹਿੰਦਾ ਆਰਐਸਐਸ ਸਾਡੀ ਪਾਰਟੀ ਦੇ ਵਿੱਚ ਵੀ ਬੈਠੀ ਆ, ਆਰਐਸਐਸ ਅਕਾਲੀ ਦਲ 'ਚ ਬੈਠੀ ਆ। ਜਿਹੜਾ ਅਕਾਲ ਤਖਤ ਦਾ ਜਥੇਦਾਰ ਕਹਿੰਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਦੋਂ ਬੋਲਦਾ ਸੀ ਦੁਨੀਆ ਹਿਲਦੀ ਸੀ, ਦਿੱਲੀ ਦੇ ਪ੍ਰਧਾਨ ਮੰਤਰੀ ਗੱਲ ਕਰਦਾ ਸੀ। ਅੱਜ ਸ਼੍ਰੋਮਣੀ ਕਮੇਟੀ ਇੰਨੀ ਕਮਜ਼ੋਰ ਹੋ ਚੁੱਕੀ ਆ ਕਿ ਉਹਦਾ ਪ੍ਰਧਾਨ ਦਿੱਲੀ ਦਾ ਲਾਲਾ, ਹਾਲਾਂਕਿ ਉਹਨੂੰ ਸ਼ਬਦ ਨਹੀਂ ਵਰਤਣਾ ਚਾਹੀਦਾ, ਉਹਦੇ ਦਰ ਤੇ ਗਿਆ, ਪ੍ਰਧਾਨ ਤੋਂ ਮੈਮੋਰੰਡਮ ਨਹੀਂ ਲੈਣ ਆਇਆ। ਅਹੀਂ ਅੰਮ੍ਰਿਤਸਰ ਹੋਇਆ, ਸਾਰਾ ਕੁਝ ਹੋਇਆ। ਕਿਉਂ ਹੋ ਗਈ ਜੀ ਸ਼੍ਰੋਮਣੀ ਕਮੇਟੀ ਕਮਜ਼ੋਰ? ਕਾਰਨ ਤਾਂ ਦੱਸੋ ਨਾ ਤੁਸੀਂ। ਮਾਲੀ ਸਾਹਿਬ ਹੁਣ ਜਦੋਂ
ਤੁਸੀਂ ਸਿਆਸਤ ਦੀ ਗੱਲ ਕਰਦੇ ਹੋ, ਕੌਮ ਦੇ ਨੁਮਾਇੰਦੇ ਆ ਜਿਹੜੇ ਕੁਛ, ਉਹ ਪ੍ਰਧਾਨ ਮੰਤਰੀ ਨੂੰ ਵੀ ਮਿਲਣ ਜਾਂਦੇ ਆ, ਪ੍ਰਧਾਨ ਮੰਤਰੀ ਉਹਨਾਂ ਨਾਲ ਗਾਹੇ ਬਗਾਏ ਬੈਠਕਾਂ ਕਰਦੇ ਪਿਆ, ਇੱਕ ਚੰਗਾ ਸੰਕੇਤ ਹੈ ਇਹ? ਨਹੀਂ, ਦੇਖੋ ਤੁਸੀਂ ਗੱਲ ਉੱਥੇ ਫੇਰ ਆ ਜਾਂਦੀ ਹੈ ਕਿ ਉਹਨਾਂ ਨੂੰ ਤੁਸੀਂ ਕੌਮ ਦੇ ਨੁਮਾਇੰਦੇ ਨਹੀਂ ਮੰਨਦੇ ਜਿਹੜੇ ਨਹੀਂ, ਮਿਲਣ ਜਾਂਦੇ? ਮੈਂ ਕਹਿੰਦਾ ਤੁਸੀਂ ਚਲੇ ਜਾਓ ਪੰਜਾਬ ਵੱਲੋਂ। ਹਾਂ, ਮੈਂ ਕਹੂੰ ਇਹ ਪੰਜਾਬੀ ਆ, ਇਹਨੂੰ ਹੱਕ ਆ ਪੰਜਾਬ ਦੇ ਨੁਮਾਇੰਦੇ ਵਜੋਂ ਜਾਣਦਾ, ਇਸ ਗੱਲ ਤੇ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਤੁਹਾਨੂੰ ਸਮਝਣ ਦੀ ਤਾਂ ਲੋੜ ਆ ਵੀ ਇਹ ਮੁਲਕ ਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ। ਇਹ ਮੁਲਕ, ਮੈਂ ਪਹਿਲਾਂ ਵੀ ਕਿਹਾ, ਜਦੋਂ ਸੰਵਿਧਾਨ ਬਣਿਆ ਇੰਡੀਆ ਦੇ ਨਾਲ ਭਾਰਤ ਜੁੜਿਆ, ਧੱਕੇ ਨਾਲ ਜੁੜਿਆ, ਕਿਉਂਕਿ ਭਾਰਤ ਇੱਕ ਇਤਿਹਾਸ 'ਚ ਰਾਜਾ ਭਾਰਤ ਦਾ। ਭਾਰਤ ਤਾਂ ਕਦੇ ਦੇਸ਼ ਨਹੀਂ ਰਿਹਾ, ਇੱਕ ਹਿੰਦੁਸਤਾਨ ਕਦੇ ਦੇਸ਼ ਨਹੀਂ ਰਿਹਾ। ਇੰਡੀਆ ਦੇ ਨਾਲ ਭਾਰਤ ਜੋੜਿਆ, ਹੁਣ ਭਾਰਤ ਦੇ ਨਾਲ ਭਾਰਤ ਨੂੰ ਹਿੰਦੁਸਤਾਨ ਹੀ ਕਹਿਣ ਲੱਗੇ ਸਾਰੇ। ਅਸਲ 'ਚ ਬਣਿਆ ਐਂ ਸੀ ਦੋਹੇ ਦੇਸ਼, ਮੁਸਲਮਾਨਾਂ ਦਾ ਪਾਕਿਸਤਾਨ ਤੇ ਹਿੰਦੂਆਂ ਦਾ ਹਿੰਦੁਸਤਾਨ। ਪਰ ਇੱਕ ਸਿਚੁਏਸ਼ਨ ਇਹੀ ਜੀ ਸੀ, ਇਹਨਾਂ ਨੂੰ ਵਕਤੀ ਤੌਰ ਤੇ ਸੰਵਿਧਾਨ 'ਚ ਫੈਡਰਲ ਅੰਸ਼ ਵੀ ਪਾਉਣੇ ਪਏ, ਇਹ ਵੀ ਕਹਿਣਾ ਪਿਆ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। ਹੁਣ ਜਿੱਥੇ ਗੱਲ ਚਲੀ ਗਈ, ਜਿੱਧਰ ਨੂੰ ਕਾਂਗਰਸ ਲੈ ਕੇ ਜਾ ਰਹੀ ਸੀ, ਸਿੱਖਾਂ ਨੂੰ ਨਿਸ਼ਾਨੇ ਤੇ ਲਿਆ, ਸਬੰਧ ਬਾਹਰ ਜੋੜਿਆ, ਕੀ ਕੁਛ ਕੀਤਾ, ਫੈਡਰਲ ਢਾਂਚਾ ਖਤਮ ਕੀਤਾ, ਐਮਰਜੈਂਸੀ ਆਈ, ਉਦੋਂ ਬਾਅਦ 84 ਆਇਆ, ਦਿੱਲੀ ਦੀ ਨਸਲਕੁਸ਼ੀ ਆਈ, ਇੱਕ ਦੌਰ ਬਦਲ ਗਿਆ। ਦੌਰ ਬਦਲਣ ਦੇ ਬਾਅਦ ਨਿਸ਼ਾਨਾ ਮੁਸਲਮਾਨ, ਕਸ਼ਮੀਰ ਆ ਗਿਆ। ਪੰਜਾਬ ਸੀ ਨਾ ਪਹਿਲਾਂ ਬਣਾਉਣ ਵੇਲੇ ਤੋਂ ਸਾਰੇ ਕਾਸੇ ਤੋਂ, ਹੁਣ ਕਸ਼ਮੀਰ ਆ ਗਿਆ, ਉਡਾਤਾ ਨਾ ਸਾਰੇ ਕਾਸੇ ਤੋਂ। ਹੁਣ ਉਹਨਾਂ ਤੇ ਫੋਕਸ, ਇਸ ਕਰਕੇ ਦੂਜਿਆਂ ਨੂੰ ਨਾਲ ਲੈਣ ਦੀ ਗੱਲ ਆ। ਇੱਕ ਆ ਇਨਹੀਲੇਸ਼ਨ ਖਤਮ ਕਰਨਾ, ਇੱਕ ਆ ਅਸਿਮੀਲੇਸ਼ਨ, ਸਿੱਖਾਂ ਨੂੰ ਆਪਦੇ ਵਰਗਾ ਬਣਾਉਣਾ। ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਹਿੰਦ ਕਦੋਂ ਸੀ ਜੀ? ਗੁਰੂ ਤੇਗ ਬਹਾਦਰ ਸ਼ਿਸ਼ਟ ਦੀ ਚਾਦਰ, ਧਰਮ ਦੀ ਚਾਦਰ, ਚਾਹੇ ਕੋਈ ਧਰਮ ਵਾਲਾ, ਉਹਨੂੰ ਹੱਕ ਆ। ਜ਼ਬਰਦਸਤੀ ਤੁਸੀਂ ਇਹ ਨਹੀਂ ਕਹਿ ਸਕਦੇ ਉਹਦਾ ਧਰਮ ਬਦਲਾਉਣਾ। ਪੰਜਾਬ ਦੇ ਵਿੱਚ ਜੋ ਈਸਾਈ ਮਤ ਧਾਰਨ ਕਰਦਾ, ਉਹਦਾ ਹੱਕ ਆ। ਮੁੜ ਕੇ ਸਿੱਖਾਂ ਜਿਹੜੇ ਆਲੇ ਦਾਲਿਆਂ 'ਚ ਹੀ ਬਣੇ ਨੇ ਨਾ ਜੀ, ਫਿਰ ਤੁਸੀਂ ਉਸ ਮਾਮਲਿਆਂ ਨੂੰ ਤੁਸੀਂ ਕਿਵੇਂ ਲੈ ਰਹੇ ਹੋ? ਜਿਹੜੇ ਸਿੱਖ ਨੇ ਉਹ ਅਸਿਮੀਲੇਟ ਕਰ ਰਹੇ ਨੇ ਧਰਮ। ਹੁਣ ਬਾਲਵੀਰ ਦਿਵਸ ਆ ਗਿਆ ਜੀ, ਕਿਉਂ ਆ ਰਿਹਾ? ਮੈਂ ਅਜਮੇਰ ਸਿੰਘ ਤੇ ਇੱਕ ਦਿਨ ਟਿੱਪਣੀ ਕੀਤੀ ਹੈ ਪਿਛਲੇ ਦਿਨੀ। ਅਜਮੇਰ ਸਿੰਘ ਨੇ ਇੱਕ ਨਵਾਂ ਸਿਧਾਂਤ ਦਿੱਤਾ, ਕਹਿੰਦਾ ਸਿੱਖਾਂ ਦਾ ਜਿਹੜਾ ਖੁਰਾ ਖੋਜ ਮਟਾਉਣ ਦੀਆਂ ਮੁਹਿੰਮਾਂ ਚੱਲੀਆਂ, ਕੱਲੇ ਹਕੂਮਤ ਵੱਲੋਂ ਨਹੀਂ ਚੱਲੀਆਂ, ਇੱਕ ਫਿਰਕੇ ਵੱਲੋਂ ਵੀ ਚੱਲੀਆਂ ਗਈਆਂ ਨੇ। ਉਹ ਲੜਾਈਆਂ ਜਿਹੜੀਆਂ ਲੜਦੇ ਸੀ, ਉਹ ਇੱਕ ਹੈਦਰੀ ਝੰਡਾ ਕੱਢਦੇ ਸੀ, ਹੈਦਰੀ ਝੰਡਾ ਮੁਸਲਮਾਨਾਂ ਦਾ, ਉਹਦੇ ਹੇਠਾਂ ਲੋਕ ਇਕੱਠੇ ਹੁੰਦੇ ਸੀ, ਫਿਰ ਵਡਾਂਗਾ ਹੁੰਦਾ ਸੀ। ਸਿੱਖੀ ਦਾ ਮੂਲ ਸਿਧਾਂਤ ਇਹ ਆ, ਉਹਦਾ ਵਿਰੋਧ ਸਟੇਟ ਨਾਲ ਆ। ਸਟੇਟ ਦਾ ਕੋਈ ਵੀ ਧਰਮ ਹੋਵੇ, ਮੁਸਲਮਾਨਾਂ ਨਾਲ ਸਿੱਖੀ ਦਾ ਕਦੇ ਵਿਰੋਧ ਨਹੀਂ ਰਿਹਾ, ਹਿੰਦੂਆਂ ਨਾਲ ਸਿੱਖੀ ਦਾ ਕਦੇ ਵਿਰੋਧ ਨਹੀਂ ਰਿਹਾ। ਪਰ ਪਿਛਲੇ ਸਮੇਂ 'ਚ ਅੰਗਰੇਜ਼ਾਂ ਤੋਂ ਬਾਅਦ ਇਹ ਬਣਾਇਆ ਗਿਆ ਵੀ ਮੁਸਲਮਾਨਾਂ ਨੇ ਜ਼ੁਲਮ ਕੀਤੇ ਨੇ, ਹਕੂਮਤ ਨੂੰ ਪਾਸੇ ਕਰਤਾ। ਹੁਣ ਵੀ ਇਹੀ ਕੀਤਾ ਜਾ ਰਿਹਾ। ਹੁਣ ਇਹ ਵੀਰ ਬਾਲ ਦਿਵਸ ਦੇ ਨਾਂ ਤੇ ਇਹ ਪ੍ਰਚਾਰ ਕੀਤਾ ਜਾਊ ਵੀ ਮੁਗਲਾਂ ਨੇ ਸਿੱਖਾਂ ਦਾ ਵਡਾਂਗਾ ਕਿਵੇਂ, ਮੁਸਲਮਾਨਾਂ ਨੇ ਸਿੱਖਾਂ ਨੂੰ ਕਿਵੇਂ ਮਾਰਿਆ, ਮੁਸਲਮਾਨਾਂ ਨੇ ਸਿੱਖਾਂ ਨਾਲ ਕੀ ਕੀਤਾ। ਦੂਜੇ ਪਾਸੇ ਖਾਲਿਸਤਾਨ ਖੜਾ ਕਰਤਾ। ਖਾਲਿਸਤਾਨ ਕਹਿੰਦੇ ਹਿੰਦੂਆਂ ਨੇ ਸਿੱਖਾਂ ਨਾਲ ਕੀ ਕੀਤਾ, ਹਿੰਦੂਆਂ ਨੇ ਸਿੱਖਾਂ ਨਾਲ ਕੀਤਾ। ਸਟੇਟ ਤੇ ਲੋਕਾਂ ਨੂੰ ਨਖੇੜਨ ਦੀ ਥਾਂ ਸਿੱਖੀ ਦੇ ਬੁਨਿਆਦੀ ਅਸੂਲ ਦੀ ਉਲੰਘਣਾ ਕਰਤੀ। ਹੁਣ ਸਿੱਖਾਂ ਨੂੰ ਸਾਰੇ ਸਿੱਖ ਕਹਿਣ ਲੱਗੇ। ਮੈਂ ਇੱਕ ਸਿੱਖ ਵਿਦਵਾਨ ਨਾਲ ਮੇਰੀ ਬਹਿਸ ਹੋਈ, ਮੈਂ ਜੀ ਤੁਸੀਂ ਹਿੰਦੁਸਤਾਨ ਕਿਉਂ ਕਹਿੰਦੇ ਹੋ? ਕਹਿੰਦੇ ਮੇਰੇ ਬਾਬਾ ਨਾਨਕ ਨੇ ਕਿਹਾ। ਮੈਂ ਬਾਬਾ ਨਾਨਕ ਨੇ ਹੋਰ ਪ੍ਰਸੰਗ ਕਿਹਾ ਸੀ, ਹਿੰਦੁਸਤਾਨ ਡਰਾਇਆ ਇਲਾਕਾ ਸੀ ਉਦੋਂ ਆ ਹਿੰਦੁਸਤਾਨ ਸੀ, ਹੁਣ ਹਰਿਕੇ ਹਿੰਦੁਸਤਾਨ। ਸੋ ਡਾਇਰੈਕਸ਼ਨ ਕਿੱਧਰ ਨੂੰ ਜਾ ਰਹੀ ਹੈ ਸਿਆਸਤ ਦੀ? ਸਿੱਖਾਂ ਨੂੰ ਆਪਦੇ ਵਰਗਾ ਬਣਾਇਆ ਜਾ ਰਿਹਾ। ਸਾਡੇ ਵਾਂਗੂ ਸੋਚੋ, ਸਾਡੇ ਵਾਂਗੂ ਬੋਲੋ, ਮੁਸਲਮਾਨਾਂ ਪ੍ਰਤੀ ਸਾਡੇ ਵਾਂਗੂ ਸੋਚੋ। ਇਸ ਲਈ ਗੱਲ ਹੈ, ਤੁਹਾਡੇ ਸਟੂਡੀਓ ਦੇ ਵਿੱਚ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਸੀ, ਜਿਹੜਾ ਮੈਂ ਕਿਹਾ ਸੀ ਤੂੰ ਝੂਠ ਬੋਲ ਰਿਹਾ, ਕਹਿੰਦਾ ਅਕਾਲੀਆਂ ਨੇ ਤਾਂ 1978 'ਚ ਮੰਗ ਕੀਤੀ ਸੀ ਧਾਰਾ 370 ਖਤਮ ਕਰੋ। ਕਿੱਡਾ ਝੂਠ ਬੋਲਿਆ ਸੀ। ਇਸ ਲਈ ਸਿੱਖਾਂ ਨੂੰ ਗੱਲ ਲਾਇਆ ਜਾ ਰਿਹਾ। ਬਿਲਕੁਲ। ਚਲੋ ਇੱਕ ਹੋਰ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਮਾਲਵਿੰਦਰ ਸਿੰਘ ਮਾਲੀ ਹਰਾਂ ਦੀ ਟਿੱਪਣੀਆਂ ਬੜੀ ਜ਼ਬਰਦਸਤ ਹੁੰਦੀਆਂ। ਤੁਸੀਂ ਸੋਚਣਾ ਇਹਨਾਂ ਟਿੱਪਣੀਆਂ ਦੇ ਵਿੱਚ ਕਿੰਨਾ ਵਜ਼ਨ ਹੈਗਾ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕੌਮ ਦੀ ਡਾਇਰੈਕਸ਼ਨ ਤੇ ਡਾਇਰੈਕਸ਼ਨ ਲੈਸ ਤੇ ਗੱਲ ਕੀਤੀ ਹੈ, ਮੈਨੂੰ ਲੱਗਦਾ ਬਹੁਤ ਨੁਕਤੇ ਤੁਹਾਨੂੰ ਸਾਫ਼ ਹੋ ਗਏ ਹੋਣੇ। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਮਾਲੀ ਸਾਹਿਬ, ਬਹੁਤ ਸੰਖੇਪ ਵਿੱਚ ਮੈਨੂੰ ਜਵਾਬ ਦਿਓ। ਮਾਲੀ ਸਾਹਿਬ, ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ, ਉਹਨੂੰ ਕੋਈ ਨਕਾਰ ਨਹੀਂ ਸਕਦਾ। ਪਰ ਮਾਨ ਸਾਹਿਬ ਜਿਵੇਂ ਜਿੱਤਦੇ ਆ, ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਪੰਜਾਬ ਵਿੱਚ ਇਹੋ ਜਿਹੀ ਸਿਆਸਤ ਸ਼ੁਰੂ ਹੁੰਦੀ ਹੈ ਕਿ ਪੰਜਾਬ ਜਿਹਨੂੰ ਹੀਰੋ ਮੰਨਦਾ, ਉਸ ਹੀਰੋ ਨੂੰ ਅੱਤਵਾਦੀ ਗਰਦਾਨਣ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਇਹ ਵੀ ਡਾਇਰੈਕਸ਼ਨਲੈਸ ਹੈ ਜਾਂ ਡਾਇਰੈਕਸ਼ਨ 'ਚ ਹੈ? ਇਹ ਵੀ ਭਟਕੀ ਹੋਈ ਸੋਚ ਹੈ। ਦੇਖੋ, ਤੁਸੀਂ ਆਪਦੇ ਇਤਿਹਾਸ ਤੋਂ ਸਬਕ ਸਿੱਖੇ ਬਿਨਾਂ
ਪ੍ਰੇਰਨਾ ਲਏ ਬਿਨਾ ਮੌਜੂਦਾ ਹਾਲਤ ਦਾ ਸਹੀ ਜਾਇਜ਼ਾ ਨਹੀਂ ਲੈ ਸਕਦੇ। ਮੌਜੂਦਾ ਹਾਲਤ ਦਾ ਸਹੀ ਜਾਇਜ਼ਾ ਲਏ ਬਿਨਾ ਤੁਸੀਂ ਭਵਿੱਖ ਦਾ ਨਿਸ਼ਾਨਾ ਸਹੀ ਨਹੀਂ ਤੈਅ ਕਰ ਸਕਦੇ, ਉੱਧਰ ਵੱਧ ਨਹੀਂ ਸਕਦੇ। ਇਹ ਜਿਹੜੀ ਇਹ ਪਹੁੰਚ ਆ ਨਾ, ਇਹ ਇਤਿਹਾਸ ਨੂੰ ਵੱਢ ਕੇ ਆਪਦੇ ਮੌਜੂਦਾ ਮੌਜਿਆਂ ਦੇ ਮੇਚ ਦੇ ਕਰਨ ਵਾਲੀ ਪਹੁੰਚ ਆ। ਇਹ ਅਜਮੇਰ ਸਿੰਘ ਵੀ ਕਰਦਾ, ਮਾਨ ਵੀ ਕਰਦਾ। ਇੱਕ ਹੋਰ ਸਵਾਲ ਹੈ, ਜਗਦੀਸ਼ ਟਾਈਟਲ ਵਾਲੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ ਇੱਕ ਸ਼ਖਸ ਹੁੰਦਾ ਹੈ, ਉਸ ਤੇ ਸਾਡੇ ਬਹਿਸਾਂ ਸ਼ੁਰੂ ਹੋ ਜਾਂਦੀਆਂ, ਇਹ ਵੀ ਡਾਇਰੈਕਸ਼ਨਲੈਸ ਹੈ? ਬਿਲਕੁਲ। ਕਿਉਂ? ਤੁਸੀਂ ਮੈਨੂੰ ਇਹ ਦੱਸੋ, ਮੈਂ ਅੱਜੇ ਫੇਸਬੁੱਕ ਤੇ ਸਵਾਲ ਪਾਇਆ, ਇੱਕ ਬੰਦਾ ਟੀ-ਸ਼ਰਟ ਪਾ ਕੇ ਆ ਗਿਆ, ਜੇ ਉਹ ਸਿਆਣਾ ਹੁੰਦਾ ਉਹਨੂੰ ਪਾਉਣੀ ਨਹੀਂ ਚਾਹੀਦੀ ਸੀ। ਮੈਂ ਕਹਿੰਦਾ ਨਹੀਂ ਪਾਉਣੀ ਚਾਹੀਦੀ, ਜਦੋਂ ਪਤਾ ਆਹ ਗੱਲ ਪ੍ਰੋਬਲਮ ਵਾਲੀ ਆ। ਪਰ ਸਿੱਖ ਸਿਧਾਂਤਾਂ ਅਨੁਸਾਰ ਜੇ ਤੁਹਾਡਾ ਦੁਸ਼ਮਣ ਵੀ ਦਰਬਾਰ ਸਾਹਿਬ 'ਚ ਨਤਮਸਤਕ ਹੋਣ ਲਈ ਆਉਂਦਾ ਤਾਂ ਦੱਸੋ ਤੁਹਾਡਾ ਉਹਦੇ ਪ੍ਰਤੀ ਕੀ ਰਵੱਈਆ ਹੋਊ? ਕੀ ਗੁਰਵਚਨ ਜਗਤ ਵਾਲਾ ਹੋਊ? ਜੇ ਅੱਜ ਕੱਲ੍ਹ ਨੂੰ ਟਾਈਟਲਰ ਮੈਂ ਕਹਿੰਦਾ ਆ ਜੇ ਬਿਨਾਂ ਕਿਸੇ ਸਿਕਿਉਰਿਟੀ ਤੋਂ ਆ ਜੇ, ਵੀ ਮੈਂ ਚਾਹੇ ਐਂ ਬਿਨਾਂ ਕਹੇ ਮੈਂ ਭੁੱਲ ਬਖਸ਼ਾਉਣਾ ਆ, ਉਹ ਕਹੇ ਮੈਂ ਨਤਮਸਤਕ ਹੋਣਾ ਆ, ਮੈਂ ਪ੍ਰੇਰਨਾ ਲੈਣ ਆਇਆ, ਮੈਂ ਸ਼ਕਤੀ ਲੈਣ ਆਇਆ ਵੀ ਮੈਨੂੰ ਸੱਚ ਦੇ ਰਾਹ ਤੇ ਤੋਰੇ, ਕੀ ਕਰੋਗੇ ਤੁਸੀਂ ਉਹਨੂੰ? ਉੱਥੇ ਸਿੱਖਾਂ ਦਾ ਫਰਜ਼ ਆ ਵੀ ਜੇ ਕੋਈ ਉਹਦੇ ਆਏ ਵੱਲ ਬੁਰੀ ਨਜ਼ਰ ਨਾਲ ਤੱਕਦਾ, ਸਿੱਖ ਦਾ ਫਰਜ਼ ਆ ਵੀ ਇਹ ਮੇਰੇ ਗੁਰੂ ਘਰ ਆਇਆ, ਚੌਂ ਵਰਨਾ ਕੋ ਜਿਹੜਾ ਸਾਂਝਾ, ਉਹਦੀ ਅਜ਼ਮਤ ਦੀ, ਉਹਦੀ ਸ਼ਾਨ ਦੀ ਰੱਖਿਆ ਕਰਨੀ, ਉਹਨੂੰ ਸੁਰੱਖਿਆ ਦੇਣੀ ਹਰ ਸਿੱਖ ਦਾ ਫਰਜ਼ ਆ। ਇਹ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਬੇਅਦਬੀ ਬਾਰੇ, ਇੱਕ ਬਹੁਤ ਮੈਂ ਕਹਾਂ ਇੱਕ ਗਲਤ ਸੰਕਲਪ ਤੁਹਾਡੇ ਸਾਹਮਣੇ ਆ ਗਿਆ। ਸ਼ਬਦ ਗੁਰੂ ਦੀ ਬੇਅਦਬੀ ਨਹੀਂ ਹੋ ਸਕਦੀ। ਤੁਸੀਂ ਮੇਰੀ ਗੱਲ ਸੁਣੋ, 328 ਸਰੂਪਾਂ ਦਾ ਰੌਲਾ ਨਾ ਵੱਡਾ, ਭਲਾ ਕਿਉਂ ਨਹੀਂ ਹੱਲ ਹੁੰਦਾ? ਸਭ ਨੂੰ ਪਤਾ ਵੀ ਗੱਲ ਕੀ ਹੈ। ਗੱਲ ਕੀ ਆ, ਇੱਕ ਸਿੱਖੀ ਪਹੁੰਚ ਸੀ ਗੁਰੂ ਗ੍ਰੰਥ ਸਾਹਿਬ ਬਾਰੇ। ਸਾਡੇ ਪਿੰਡਾਂ ਦੇ ਲੋਕ ਜਾਂਦੇ ਸੀ, ਉਦੋਂ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਣ ਚੱਲੇ ਆ। ਬੱਸ ਦੇ ਉੱਤੇ ਜਾਂ ਕਿਸੇ ਹੋਰ ਸਾਧਨ ਰਾਹੀਂ ਗੋਦੀ 'ਚ ਲੈ ਕੇ ਆ ਕੇ ਜਦੋਂ ਗੁਰਦੁਆਰਾ ਸਾਹਿਬ 'ਚ ਪ੍ਰਕਾਸ਼ ਕਰ ਦਿੰਦੇ ਸੀ, ਉਦੋਂ ਸਾਰੀ ਮਰਿਆਦਾ ਲਾਗੂ ਹੋ ਜਾਂਦੀ ਸੀ। ਹੁਣ ਤੁਸੀਂ ਜਦੋਂ ਬੀੜ ਛਪ ਕੇ ਮੁਕੰਮਲ ਹੋ ਗਈ, ਪ੍ਰਕਾਸ਼ ਹੋਣ ਵਾਲੀ ਮਰਿਆਦਾ ਉੱਥੇ ਲਾਗੂ ਕਰਤੀ, ਉੱਥੇ ਹੀ ਲਾਗੂ ਕਰਤੀ। ਐਂ ਹੋਊ ਜੀ, 5 ਪਿਆਰੇ ਲੈ ਕੇ ਜਾਣਗੇ, ਫਿਰ ਉੱਥੇ ਛੱਡ ਕੇ ਆਉਣਗੇ, ਫਲਾਨਾ ਜਾਣਗੇ। ਬਾਹਰਲੇ ਦੇਸ਼ਾਂ 'ਚ ਲੋਕ ਟੈਚੀ 'ਚ ਪਾ ਕੇ ਲੈ ਜਾਂਦੇ ਸੀ। ਅੱਜ ਬਾਹਰਲੇ ਦੇਸ਼ 'ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੰਗਾਉਣੀ ਆ, 10 ਲੱਖ ਰੁਪਈਆ ਲੱਗਦਾ। ਫਿਰ ਐਂ ਹੋ ਗਿਆ ਇਕੱਲੇ ਅੱਡ ਵਿਸ਼ੇਸ਼ ਕਮਰਾ ਬਣਾਓ। ਜਦੋਂ ਤੁਸੀਂ ਇੱਕ ਮਰਿਆਦਾ ਬਦਲਤੀ, ਉਹ ਇਹੀ ਦੀ ਮਰਿਆਦਾ ਬਦਲਤੀ ਜਿਹਦੇ ਵਿੱਚੋਂ ਆਮ ਲੋਕ ਜਿਹੜੇ ਸੀ ਉਹ ਤੋਂ ਦੂਰ ਹੋਣ ਲੱਗ ਗਏ। ਘਰਾਂ 'ਚ ਜਾ ਕੇ ਤੁਸੀਂ ਛਾਪੇ ਮਾਰਨ ਲੱਗ ਗਏ, ਤੁਸੀਂ ਇਹਦਾ ਬੇਅਦਬੀ ਕਰ ਰਹੇ ਹੋ। ਗੁਟਕਾ ਸਾਹਿਬ ਦੀ ਬੇਅਦਬੀ ਹੋ ਗਈ, ਘਰਾਂ 'ਚ ਗੁਟਕੇ ਸੀ, ਆਰਾਮ ਨਾਲ ਲੋਕ ਪੜ੍ਹੀ ਜਾਂਦੇ ਸੀ, ਉਹ ਕਰ ਦਿੰਦੇ ਸੀ। ਮਤਲਬ ਕਦੇ ਬੇਅਦਬੀ ਦਾ ਸਵਾਲ ਹੀ ਨਹੀਂ ਆਉਂਦਾ ਸੀ। ਸਾਨੂੰ ਗੁਰੂ ਆਸ਼ੇ ਨਾਲੋਂ ਤੋੜ ਕੇ ਇੱਕ ਬੇਅਦਬੀ ਦਾ ਇੱਕ ਗਲਤ ਸੰਕਲਪ, ਇਹ ਤਾਂ ਮੁੱਕਣ ਹੀ ਨਹੀਂ ਜੀ ਸਾਡੇ ਕੋਲ। ਤੁਸੀਂ ਕਿੰਨਾ ਕੁਛ ਕਰਦੇ ਹੋ, ਇੱਕ ਵੱਡਾ ਸੰਘਰਸ਼ ਲੜ ਰਹੇ ਹੋ, ਇੱਕ ਥਾਂ ਤੇ ਇਹੋ ਜਿਹੀ ਗੱਲ ਕਰ ਦੋ, ਸਾਰਾ ਦੂਜੇ ਪਾਸੇ ਨੂੰ ਤੁਰ ਨਹੀਂ। ਫਿਰ ਮੈਂ ਹੀ ਚੀਜ਼ ਸਮਝਦਾ, ਮੈਂ ਤੁਹਾਨੂੰ ਜਿਹੜੀ ਤੁਸੀਂ ਟਾਈਟਲ ਵਾਲੀ ਗੱਲ ਕੀਤੀ ਆ, ਸੋ ਇਸ ਕਰਕੇ ਇਹ ਕੋਈ ਮਸਲਾ ਨਹੀਂ ਬਣਦਾ। ਸਿਰਫ ਉਹਨੂੰ ਕਿਹਾ ਜਾ ਸਕਦਾ ਕਾਕਾ ਦੇਖ ਸਿੱਖਾਂ ਨਾਲ ਆਹ ਗੱਲ ਆ, ਇਹ ਤੈਨੂੰ ਚਾਹੀਦਾ ਨਹੀਂ, ਬਸ ਇਸ ਤੋਂ ਬਾਅਦ ਕੋਈ ਕਹਿਣ ਦੀ ਲੋੜ। ਖਿਆਲ ਰੱਖੋ, ਜੇ ਤੁਸੀਂ ਇਹ ਕਹਿੰਦੇ ਹੋ ਟਾਈਟਲ ਦੀ ਸ਼ਰਟ ਪਾ ਕੇ ਸਾਡੇ ਦਰਬਾਰ ਸਾਹਿਬ ਗੁਰਦੁਆਰੇ 'ਚ ਨਹੀਂ ਆ ਸਕਦਾ, ਤੇ ਫਿਰ ਕੱਲ ਨੂੰ ਤੁਸੀਂ ਭਿੰਡਰਾਂ ਦੀ ਕਾਰਾਂ ਤੇ ਫੋਟੋ ਲਾ ਕੇ ਹਿਮਾਚਲ 'ਚ ਜਾਂਦੇ ਹੋ, ਹੋਰ ਥਾਂ ਤੇ ਜਾਂਦੇ ਹੋ, ਉੱਥੇ ਕਹਿੰਦੇ ਹੋ ਸਾਨੂੰ ਕਿਉਂ ਰੋਕਦੇ ਆ ਫੋਟੋ ਲਾਉਣ ਨੂੰ? ਤੁਸੀਂ ਫੋਟੋ ਪ੍ਰਤੀ ਜਿਹੜੀ ਮੂਰਤੀ ਪੂਜਾ, ਜਿਹਦੇ ਫੋਟੋ ਦਾ ਗੁਰੂਆਂ ਦੀ ਵੀ ਮੂਰਤ ਦੀ ਆਗਿਆ ਨਹੀਂ ਹੈ ਸਿੱਖ ਸਿਧਾਂਤ ਧਰਮਾਂ ਦੇ ਵਿੱਚ, ਤਾਂ ਫੋਟੋ ਦੀ ਵੀ ਆਗਿਆ ਹੈ ਨਹੀਂ, ਮੂਰਤੀ ਦੀ ਵੀ ਆਗਿਆ ਹੈ ਨਹੀਂ, ਤੇ ਤੁਸੀਂ ਇਹ ਨਾ ਮਸਲੇ ਨੂੰ ਇਹ ਬਣਾ ਰਹੇ ਹੋ ਵੀ ਇਹ ਤਾਂ ਬਸ ਜੀ ਟੀ-ਸ਼ਰਟ ਵਾਲੇ ਸਵਾਲ ਤੇ ਤਾਂ ਬਹੁਤ ਖੁੱਲ ਕੇ ਬੋਲਦੇ ਪਏ ਮਾਲੀ ਸਾਹਿਬ। ਜਦੋਂ ਉੱਥੇ ਕਿਹਾ ਜਾਂਦਾ ਕੈਪਰੀ ਨਾ ਪਾਓ ਜਾਂ ਟੌਪ ਨਾ ਪਾਇਆ ਜਾਵੇ, ਜਾਂ ਜਿਹੜਾ ਅੰਦਰ ਆਉਂਦਾ ਕਿ ਉਹ ਮਰਿਆਦਾ ਨੂੰ ਤਕਰੀਬਨ ਸਾਰਾ ਉਹ ਗੁਰਮਰਿਆਦਾ ਮੁਤਾਬਕ ਆਪਦਾ ਪੂਰਨ ਕਿਰਿਆਵਾਂ ਕਰੇ, ਨਿੱਕਰ ਨਾ ਪਾਵੇ, ਬਰਮੁੰਡਾ ਨਾ ਪਾਵੇ, ਉਦੋਂ ਨਹੀਂ ਤੁਸੀਂ ਬੋਲਦੇ। ਨਹੀਂ ਦੇਖੋ, ਇਸ ਟੀ-ਸ਼ਰਟ ਤੇ ਤੁਸੀਂ ਬੋਲਦੇ ਨਹੀਂ, ਇਹ ਇੱਕ ਪੋਲੀਟੀਕਲ ਮਸਲਾ। ਦੇਖੋ, ਮੈਂ ਉਸ ਤਰ੍ਹਾਂ ਸਿੱਖ ਧਰਮ ਦਾ ਮਤਲਬ ਇਹ ਕਹਿ ਲਓ ਵੀ ਸਿੱਖ ਵਿਦਵਾਨ ਕਹਿ ਲਓ ਜਾਂ ਸਿੱਖ ਧਰਮ ਦਾ ਮਾਹਰ ਕਹਿ ਲਓ, ਮੈਂ ਉਸ ਤਰ੍ਹਾਂ ਨਹੀਂ। ਮੈਂ ਤਾਂ ਮੁੱਖ ਤੌਰ ਤੇ ਸਿਆਸੀ ਨਜ਼ਰੀਏ ਤੋਂ ਜਿਹੜੀਆਂ ਗੱਲਾਂ ਬਾਹਰ ਆਉਂਦੀਆਂ ਨੇ, ਸਿਆਸਤ ਨੂੰ ਪ੍ਰਭਾਵ ਕਰਦੀਆਂ, ਉਹ ਠੀਕ ਹੈ। ਜਦੋਂ ਕਹਿੰਦੇ ਵੀ ਕੈਪਰੀ ਨਾ ਪਾਓ, ਆ ਨਾ ਪਾਓ, ਤੁਸੀਂ ਓਸ਼ੋ ਓਸ਼ੋ ਦਾ ਪੜ੍ਹੋ ਤੁਸੀਂ। ਓਸ਼ੋ ਨੇ ਸਿੱਖੀ ਬਾਰੇ ਕੀ ਲਿਖਿਆ, ਮਤਲਬ ਇਹ ਦਰਬਾਰ ਸਾਹਿਬ ਮੈਂ ਗਿਆ, ਕੀ ਹੋਇਆ, ਫਲਾਨਾ ਇਨਕਾ ਹੋਇਆ। ਦੇਖੋ, ਹਰ ਇੱਕ ਧਰਮ ਦੀ ਕੁਛ ਮਰਿਆਦਾ ਹੁੰਦੀ ਹੈ, ਉਹਦੀ ਪਾਲਣਾ ਸਾਨੂੰ ਕਰਨੀ ਚਾਹੀਦੀ ਹੈ। ਸਿਰ ਢੱਕਣਾ ਮਰਿਆਦਾ ਹੈ, ਪਰ ਜੇ ਤੁਸੀਂ ਕਹੋ ਵੀ ਤੁਸੀਂ ਨੀਕਰ ਸਿੱਖਾਂ ਦਾ ਤਾਂ ਹੁੰਦੀ ਕਿ ਸ਼ਹਿਰਾ ਜੀ, ਨੀਕਰ ਪਾ ਕੇ ਨਹੀਂ ਜਾ ਸਕਦੇ, ਬਨੈਣ ਪਾ ਕੇ ਨਹੀਂ ਜਾ ਸਕਦੇ, ਇਹ ਗੱਲਾਂ ਨੇ ਜਿਹੜੀਆਂ, ਇਹ ਕੋਈ ਗੱਲ ਨਹੀਂ। ਤੁਸੀਂ ਟੋੜਾ ਸਾਹਿਬ ਦੇ ਬੜੇ ਨੇੜੇ ਰਹੇ ਹੋ, ਇਸ ਕਰਕੇ ਮੈਂ ਸਵਾਲ ਕਰ ਰਿਹਾ, ਕਿਉਂਕਿ 1999 ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਇਆ ਜਾਂਦਾ, ਉਹ ਇਤਿਹਾਸ 'ਚ ਪਹਿਲੀ ਵਾਰੀ ਹੋਇਆ, ਉਦੋਂ ਤੁਸੀਂ ਟੋੜਾ ਸਾਹਿਬ ਦੇ ਨਾਲ ਸੀਗੇ। ਬਿਲਕੁਲ।
ਪਹਿਲੀ ਵਾਰ ਹੋਇਆ। ਉਦੋਂ ਵੀ ਕੌਮ ਡਾਇਰੈਕਸ਼ਨਲੈਸ ਹੋ ਗਈ ਸੀ। ਉਹ ਡਾਇਰੈਕਸ਼ਨਲੈਸ ਹੋਣ ਦੇ ਨਤੀਜਾ ਸੀ। ਹਾਂ, ਜਥੇਦਾਰ ਨੂੰ ਇੰਨੀ, ਜਿਹੜਾ ਜਥੇਦਾਰ ਕਹਿ ਰਿਹਾ ਲੜੋ ਨਾ 300 ਸਾਲਾ ਸ਼ਤਾਬਦੀ ਤੱਕ, ਉਹ ਤੋਂ ਬਾਅਦ ਲੜ ਲਿਓ। ਇਹਦਾ ਮਤਲਬ 300 ਸਾਲਾ ਸ਼ਤਾਬਦੀ ਕਿਵੇਂ ਮਨਾਈ ਜਾਵੇ। ਟੌੜਾ ਸਾਹਿਬ ਦਾ ਨਜ਼ਰੀਆ ਇੱਕ ਹੋਰ ਸੀ, ਬਾਦਲ ਸਾਹਿਬ ਤੇ ਭਾਜਪਾ ਸਰਕਾਰ ਦਾ ਇੱਕ ਨਜ਼ਰੀਆ ਹੋਰ। 78 ਵੇਲੇ ਵੀ ਮੈਨੂੰ ਯਾਦ ਹੈ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਜੇ ਮੈਂ ਕਰੈਕਟ ਨਾ ਹੋਇਆ ਮੈਨੂੰ ਕਰੈਕਟ ਕਰ ਦਿਓ, ਉਦੋਂ ਵੀ ਤੁਸੀਂ ਕੋਈ ਚਿੱਠੀ ਪੱਤਰੀ ਕਰਦੇ ਰਹੇ ਹੋ? ਨਹੀਂ 78 ਵੇਲੇ ਦੀ ਗੱਲ ਨਹੀਂ ਹੋਈ। ਮੈਂ ਦੇਖੋ ਟੌੜਾ ਸਾਹਿਬ ਨਾਲ ਲੇਟ ਆ ਕੇ ਲੱਗਿਆ। ਟੌੜਾ ਸਾਹਿਬ ਤੇ ਇੱਕ ਵਾਰ ਉਹ ਦੋਸ਼ ਲੱਗਿਆ ਸੀ ਵੀ ਨਿਰੰਕਾਰੀ ਭਵਨ ਚ ਗਏ ਪਟਿਆਲੇ 1994 ਤੋਂ 99 ਦੇ ਵਿਚਾਲੇ। ਹਾਂ, ਮਤਲਬ ਜੋ ਲੋਕ ਸਭਾ ਦੀ ਚੋਣ ਸੀ, ਅਗਰਵਾਲ ਧਰਮਸ਼ਾਲਾ ਚਲੇ ਗਏ। ਮੈਂ ਥੋੜਾ ਜਿਹਾ ਬਾਹਰ ਸੀ, ਮੈਨੂੰ ਟੌੜਾ ਸਾਹਿਬ ਨੂੰ ਪਤਾ ਨਹੀਂ ਸੀ ਅਸਲ 'ਚ। ਮੈਨੂੰ ਲੋਕ ਤਾਂ ਜੋ ਮਰਜ਼ੀ ਕਹਿਣ ਨਾ, ਟੌੜਾ ਸਾਹਿਬ ਬੁਰੀ ਤਰ੍ਹਾਂ ਬੌਂਦਲ ਗਏ, ਘਬਰਾ ਗਏ, ਆ ਕੇ ਪਟਿਆਲੇ ਰੈਸਟ ਹਾਊਸ 'ਚ ਪੈ ਗਏ। ਤੇ ਉਹ ਮਤਲਬ ਮੇਰਾ ਟੌੜਾ ਸਾਹਿਬ ਨਾਲ ਰਿਸ਼ਤਾ ਬਹੁਤ ਬਹੁਤ ਗੂੜਾ ਸੀ। ਮੈਂ ਕੋਈ ਵੀ ਗੱਲ ਉਹਨਾਂ ਨੂੰ ਕਹਿ ਸਕਦਾ ਸੀ। ਉਹਦੀ ਹੋ ਗਿਆ ਵੀ ਯਾਰ ਮਾਲੀ ਨੂੰ ਬੁਲਾਓ। ਮੈਂ ਉੱਥੇ ਗਿਆ, ਟੌੜਾ ਸਾਹਿਬ ਮਤਲਬ ਪਸੀਨੋ ਹੋਈ ਹੋਏ ਬੈਠੇ, ਬੋਲਣ ਨਾ। ਹੌਲੀ ਹੌਲੀ ਮੈਂ ਕਿਹਾ ਪ੍ਰਧਾਨ ਜੀ ਕੀ ਗੱਲ ਹੋਈ? ਕਹਿੰਦੇ ਧੋਖਾ ਹੋ ਗਿਆ, ਐਂ ਹੋ ਗਿਆ। ਮੈਂ ਕੀ ਹੋ ਗਿਆ? ਮੈਨੂੰ ਤਾਂ ਪਤਾ ਨਹੀਂ ਸੀ। ਕਹਿੰਦੇ ਐਂ ਕਰਕੇ ਪ੍ਰੋਗਰਾਮ ਰੱਖਿਆ ਅਗਰਵਾਲ ਧਰਮਸ਼ਾਲਾ ਤੇ ਪ੍ਰੋਗਰਾਮ ਨਿਰੰਕਾਰੀਆਂ ਦਾ। ਮੈਂ ਕਹਿੰਦੇ ਉੱਥੇ ਬੋਲਿਆ ਨਹੀਂ, ਗੱਲ ਨਹੀਂ ਕੀਤੀ, ਪਰ ਮੈਂ ਸਟੇਜ ਤੋਂ ਦੀ ਗੇੜਾ ਤਾਂ ਕੱਢ ਤੇ ਆ ਗਿਆ ਤੇ ਐਂ ਬਣੂ। ਚਲੋ ਗੱਲ ਕੀਤੀ। ਮੈਂ ਟੌੜਾ ਸਾਹਿਬ ਨੂੰ ਮੈਂ ਕਿਹਾ ਜੀ ਕੋਈ ਗੱਲ ਨਹੀਂ, ਅਣਜਾਣੇ 'ਚ ਗਲਤੀ ਹੋਈ ਆ, ਇਹਦਾ ਤੁਸੀਂ ਨਹੀਂ, ਮੈਂ ਤਾਂ ਅੱਜੇ ਜਾਣਾ। ਮੈਂ ਜੀ ਐਂ ਕਰੋ, ਮੈਂ ਤਾਂ ਅੱਜੇ ਐਲਾਨ ਕਰਦਾ ਵੀ ਐਂ ਹੋਇਆ ਫਲਾਨਾ ਹੋਇਆ। ਮੈਂ ਜੀ ਦੇਖੋ ਕੱਲ ਨੂੰ ਪ੍ਰਚਾਰ ਬਣਦਾ, ਪਰਸੋਂ ਨੂੰ ਚੋਣਾਂ ਨੇ, ਚੋਣਾਂ ਵਾਲੇ ਦਿਨ ਤੁਸੀਂ ਵੋਟ ਪਾ ਕੇ ਅਕਾਲ ਤਖਤ ਸਾਹਿਬ ਤੇ ਚਲੇ ਜਾਓ ਵੀ ਦੇਖੋ ਜੀ ਆਹ ਗੱਲ ਹੋਈ ਆ, ਇਹ ਦੱਸ ਦਿਓ। ਪਿੰਡ ਗਏ ਅਸੀਂ, ਫਿਰ ਉਹਨਾਂ ਨੇ ਨਿਰੰਕਾਰੀਆਂ ਨੇ ਉਹ ਕੈਸਟ ਵੀ ਭੇਜਤੀ, 2.5 ਮਿੰਟ ਦੀ ਕੈਸਟ ਆ, ਅਸੀਂ ਚਲਾ ਕੇ ਦਿਖਾਈ। ਇਹ ਤਾਂ ਠੀਕ ਆ। ਉਹ ਗਏ, ਕਿਸੇ ਨਾਲ ਹੱਥ ਨਹੀਂ ਮਿਲਾਇਆ। ਇੱਕ ਨੇ ਵਿੱਚ ਉੱਠ ਕੇ ਪਤਾ ਨਹੀਂ ਕੋਈ ਗੱਲ ਜੀ ਕੀਤੀ, ਇੱਕ ਸਟੇਜ ਤੇ ਗੇੜਾ ਕੱਢ ਕੇ ਮੁੜ ਗਿਆ। ਉਹ ਕੋਈ ਬੜੀ ਵੱਡੀ ਉਲੰਘਣਾ ਨਹੀਂ ਬਣਦੀ ਸੀ। ਕਹਿੰਦੇ ਠੀਕ ਆ ਮਾਲੀ ਤੇਰੀ ਗੱਲ। ਉਸ ਤੋਂ ਬਾਅਦ ਕਿਸੇ ਮੈਂ ਮਹੀਨਾ ਦੇਖਿਆ, 2 ਮਹੀਨੇ ਦੇਖਿਆ, ਉਹ ਗੱਲ ਨਾ ਹੋਈ। ਮੈਂ ਪ੍ਰਧਾਨ ਸਾਹਿਬ ਫਿਰ ਉਹ ਗੱਲ, ਕਹਿੰਦੇ ਨਹੀਂ। ਮੈਂ ਬਠਿੰਡੇ ਗਿਆ, ਉੱਥੇ ਕਿਤੇ ਗੱਲ ਚੱਲੀ, ਉੱਥੇ CID ਵਾਲੇ ਮੇਰੇ ਦੋਸਤ ਸੀ, ਕਿਉਂਕਿ ਉਦੋਂ ਮੈਂ ਦੂਜੇ ਪਾਸੇ ਦੀ ਸਰਕਾਰ ਵਾਲੇ, ਪਹਿਲਾਂ ਵੀ ਕਿਹੜਾ ਸਾਡੇ ਦੁਸ਼ਮਣ ਸੀ। ਉਹ ਗੱਲਾਂ ਚੱਲਣ ਲੱਗ ਗਈਆਂ। ਕਹਿੰਦੇ ਜੇ ਚੰਦੂ ਮਾਜਰਾ ਹਾਰਦਾ ਨਹੀਂ ਦਿਖਦਾ ਸੀ ਤਾਂ ਨਿਰੰਕਾਰੀ ਭਵਨ ਕਿਉਂ ਗਏ? ਚਲੋ ਉਹਨਾਂ ਨੂੰ ਇਹ ਦੱਸਿਆ। ਮੈਂ ਕੋਈ ਨਹੀਂ, ਨਿਰੰਕਾਰੀ ਭਵਨ ਕੋਈ ਨਹੀਂ ਸੀ, ਉਹ ਆਹ ਗੱਲ ਸੀ, ਆਹ ਗੱਲ ਸੀ। ਮੈਂ ਟੌੜਾ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਇਹ ਗੱਲ ਗੜਬੜਾ, ਇਹ ਕੋਈ ਮੰਨਦਾ ਨਹੀਂ, ਐ ਨਹੀਂ ਕਰਦਾ, ਵਾਹ ਨਹੀਂ ਕਰਦਾ। ਮੁੜ ਕੇ ਸ਼ਿਕਾਇਤ ਹੋ ਗਈ। ਸ਼ਿਕਾਇਤ ਹੋਣ ਵੇਲੇ ਟੌੜਾ ਸਾਹਿਬ ਨੇ ਬਿਲਕੁਲ ਸੱਚੀ ਗੱਲ ਦੱਸੀ। ਟੌੜਾ ਸਾਹਿਬ ਨੇ ਸਾਰੇ, ਉੱਥੇ ਅਸੀਂ ਦਰਬਾਰ ਸਾਹਿਬ ਗਏ, ਇਕੱਠੇ ਗਏ, ਸਾਰੇ ਬਾਹਰ ਕੱਢ ਤੇ ਮੈਂ ਸੀ। ਮੈਨੂੰ ਕਹਿੰਦੇ ਮਾਲਾ ਸਿਆ, ਮੈਨੂੰ ਕਈ ਵਾਰ ਮਾਲਾ ਸਿਆ ਕਹਿੰਦੇ ਸੀ, ਕਦੇ ਕਹਿੰਦੇ ਹਾਂ ਵੀ ਕਾਮਰੇਡਾ, ਕੀ ਕਹਿਣਾ ਚਾਹੀਦਾ? ਮੈਂ ਕਿਹਾ ਪ੍ਰਧਾਨ ਜੀ ਮੈਂ ਤਾਂ ਤੁਹਾਨੂੰ ਦੱਸਿਆ। ਕਹਿੰਦੇ ਮੈਨੂੰ ਬਿਲਕੁਲ ਆਪਾਂ ਸੱਚ ਬੋਲਣਾ ਚਾਹੀਦਾ, ਮੈਂ ਤੈਨੂੰ ਸਾਰਾ ਦੱਸਿਆ, ਲਿਖ ਦੇ। ਉਹ ਹੱਥ ਲਿਖਤ ਮੇਰੀ ਆ। ਓਕੇ, ਜੋ ਚਲੋ ਮਾਲੀ ਸਾਹਿਬ, ਜਿੰਨੇ ਵੀ ਤੁਸੀਂ ਪੰਥਕ ਏਜੰਡਿਆਂ ਬਾਰੇ ਬੋਲਦੇ ਪਏ ਹੋ, ਜਿੰਨੇ ਵੀ ਕੌਮ ਦੀ ਡਾਇਰੈਕਸ਼ਨਲੈਸ ਜਾਂ ਡਾਇਰੈਕਸ਼ਨ ਤੇ ਗੱਲ ਕਰਦੇ ਪਏ ਹੋ, ਉਹ ਨਵਜੋਤ ਸਿੰਘ ਸਿੱਧੂ ਦਾ ਸਾਬਕਾ ਸਲਾਹਕਾਰ ਬੋਲਦਾ ਪਿਆ ਜਾਂ ਮਲਵਿੰਦਰ ਸਿੰਘ ਮਾਲੀ ਪੋਲੀਟੀਕਲ ਕਮੈਂਟੇਟਰ ਜਾਂ ਇੱਕ ਪੱਤਰਕਾਰ ਰਹਿ ਚੁੱਕਿਆ ਮਾਲੀ, ਉਹ ਬੋਲਦਾ ਪਿਆ? ਇਹ ਉਹ ਮਾਲੀ ਬੋਲਦਾ ਜਿਹਨੇ ਲੰਮਾ ਸਮਾਂ ਕਮਿਊਨਿਸਟਾਂ 'ਚ ਰਹਿ ਕੇ ਕੰਮ ਕੀਤਾ, ਬਹੁਤ ਇਮਾਨਦਾਰੀ ਨਾਲ, ਦ੍ਰਿੜਤਾ ਨਾਲ ਕੰਮ ਕੀਤਾ। ਉਦੋਂ ਵੀ CIA ਸਟਾਫ ਬਠਿੰਡਾ ਦੇਖਿਆ। ਇਹ ਉਹ ਮਾਲੀ ਬੋਲਦਾ ਜਿਹਨੂੰ ਜਦੋਂ ਇਹ ਲੱਗਿਆ ਵੀ ਕਮਿਊਨਿਸਟ ਲਹਿਰਾ, ਇਹਦੀ ਸਿਹਤ ਸਿਆਸਤ ਗਲਤ ਆ, ਫਿਰ ਇਹਨੇ ਫੈਡਰਲਿਜ਼ਮ ਦੀ ਗੱਲ ਅਪਣਾਈ, ਧਾਰਮਿਕ ਘੱਟ ਗਿਣਤੀਆਂ ਬਾਰੇ ਸੋਚਿਆ, ਜਾਤ ਪਾਤ ਦੇ ਮਸਲੇ ਬਾਰੇ ਸੋਚਿਆ, ਪੰਜਾਬ 'ਚ ਮਨੁੱਖੀ ਹੱਕਾਂ ਲਈ ਲੜਿਆ। ਫਿਰ CIA ਸਟਾਫ ਲੱਡਾ ਕੁੱਠੀ ਜਾਣਾ ਪਿਆ। NS ਟਾਡਾ ਤਹਿਤ ਮੈਕਸਿਮਮ ਸਿਕਿਉਰਿਟੀ ਜੇਲ੍ਹ 'ਚ ਬੰਦ ਰਿਹਾ। ਪੁੱਠਾ ਵੀ ਲਟਕਾਇਆ ਗਿਆ ਸੀ। ਪੁੱਠਾ ਲਟਕਾਇਆ ਸੀ, ਕੱਚੀ ਫਾਂਸੀ ਦਿੱਤੀ ਗਈ ਸੀ। ਪਹਿਲਾਂ ਘੋਟਣੀ, ਇੱਥੇ ਕੱਚੀ ਫਾਂਸੀ। ਉਹ ਮਾਲੀ ਬੋਲਦਾ ਜਿਹੜਾ ਸੱਚਾ ਸਿੱਖ ਆ, ਜਿਹੜਾ ਕਮਿਊਨਿਸਟ ਸਿਧਾਂਤਾਂ ਨੂੰ ਵੀ ਸਮਝਦਾ, ਜਿਹੜਾ ਸੱਚਾ ਪੰਜਾਬੀ ਆ, ਜਿਹੜਾ ਦਿਲੋਂ ਚਾਹੁੰਦਾ ਵੀ ਵੱਧ ਤੋਂ ਵੱਧ ਏਕਤਾ ਹੋਵੇ, ਜਿਹੜਾ ਭਾਰਤ ਆ ਉਹ ਫੁੱਲਾਂ ਦਾ ਗੁਲਦਸਤਾ ਬਣੇ, ਜਿਹਦੀ ਪਾਕਿਸਤਾਨ ਦੇ ਨਾਲ ਸਾਂਝ ਹੋਵੇ, ਬਾਘਾ ਬਾਰਡਰ ਖੁੱਲੇ, ਜਿਹਦੀ ਆਹ ਸੋਚ ਆ, ਉਹ ਮਾਲੀ ਬੋਲਦਾ। ਇਹ ਇਸ ਕਰਕੇ ਟੌੜਾ ਸਾਹਿਬ ਮੈਨੂੰ ਸਭ ਤੋਂ ਵਧੀਆ ਸਿਆਸਤਦਾਨ ਲੱਗਦੇ ਆ। ਸਿੱਧੂ ਦਾ ਏਜੰਡਾ ਅੱਜ ਵੀ ਮੈਨੂੰ ਵਧੀਆ ਲੱਗਦਾ ਪੰਜਾਬ ਲਈ, ਮੈਂ ਉਹੀ ਬੋਲਦਾ। ਚਲੋ, ਬਹੁਤ ਧੰਨਵਾਦ ਮਾਲੀ ਸਾਹਿਬ ਤੁਹਾਡਾ। ਸ਼ੁਕਰੀਆ। ਮਾਲੀ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ, ਉਹਦੇ ਉੱਤੇ ਸੰਵਾਦ ਹੋਣਾ ਚਾਹੀਦਾ। ਸਿਰਫ ਵਿਰੋਧ ਦੇ ਨਜ਼ਰੀਏ ਨਾਲ ਜੇ ਤੁਸੀਂ ਦੇਖੋਗੇ ਤਾਂ ਫਿਰ ਨਹੀਂ ਪਤਾ ਲੱਗੇਗਾ। ਪਰ ਇਸ ਵਕਤ ਜੋ ਮਿਸਟਰ ਮਾਲੀ ਕਹਿ ਰਿਹਾ, ਸਾਨੂੰ ਉਹ ਲੱਗਦਾ ਕਿ ਕੌਮ ਨੂੰ ਕਿਸੇ ਮਾਲੀ ਦੀ ਜ਼ਰੂਰਤ ਹੈ। ਕੀ ਹੈ ਉਹ ਮਾਲੀ, ਕਿਹੜਾ ਹੋਊਗਾ? ਅਸੀਂ ਇੰਤਜ਼ਾਰ ਕਰ ਰਹੇ ਹਾਂ। ਬਹੁਤ ਧੰਨਵਾਦ।